ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਤੇਰਾ ਕੀਤਾ ਜਾਤੋ ਨਹੀਂ, ਮੈਨੋ ਜੋਗ ਕੀਤੋਈ। ਮੈਂ ਨਿਰਗੁਣਿਆ ਦੇ ਕੋ ਗੁਣ ਨਹੀਂ, ਆਪੇ ਤਰਸ ਪਇਓਈ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾ ਜੀਵਾ, ਤਨ ਮਨ ਜੀਵੈ ਹਰਿਆ। ਸਾਰੇ ਜਣੇ ਰਲ ਮਿਲ ਕੇ ਆਓ ਇਹਨਾਂ ਪੰਕਤੀਆਂ ਦਾ ਜਾਪ ਕਰਦੇ ਹਾਂ, ਤਾਂ ਜੋ ਜਿੱਥੇ ਅਸੀਂ ਆਪਣੇ ਸਰੀਰ ਦੀ ਹਾਜ਼ਰੀ ਲਗਵਾ ਰਹੇ ਹਾਂ ਉੱਥੇ ਸਾਡਾ ਮਨ ਵੀ ਇਕਾਗਰ ਹੋ ਸਕੇ ਤੇ ਅਸੀਂ ਆਪਣੇ ਮਨ ਕਰਕੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕੀਏ। ਤਰਸ ਪਿਆ ਮਹਿ ਰਾਮਤ ਹੋਈ, ਤਰਸ ਪਿਆ ਮਹਿ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾ ਜੀਵਾ, ਨਾਨਕ ਨਾਮ ਮਿਲੈ ਤਾ ਜੀਵਾ। ਤਨ ਮਨ ਜੀਵੈ ਹਰਿਆ, ਤਨ ਮਨ ਜੀਵੈ ਹਰਿਆ। ਤਰਸ ਪਿਆ ਮਹਿ ਰਾਮਤ ਹੋਈ, ਤਰਸ ਪਿਆ ਮਹਿ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਗੁਰੂ ਰੂਪ, ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਜੀ ਦੀ ਬਖਸ਼ਿਸ਼ ਦੇ ਸਦਕਾ ਸਾਨੂੰ ਇਹ ਕੀਮਤੀ ਸਮਾਂ ਪ੍ਰਾਪਤ ਹੋਇਆ ਕਿ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਉਸ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਜਿੱਥੇ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪੀਣਾ, ਕੀਰਤਨ ਸਰਵਣ ਕਰਦੇ ਹਾਂ, ਕੀਰਤਨ ਦਾ ਰਸ ਮਾਣਦੇ ਹਾਂ, ਉਸ ਦੇ ਨਾਲ ਨਾਲ ਸਮੇਂ ਅਨੁਸਾਰ ਅਸੀਂ ਗੁਰ ਇਤਿਹਾਸ ਤੋਂ ਜਾਣੂ ਹੋਣ ਦਾ ਵੀ ਯਤਨ ਕਰਦੇ ਹਾਂ। ਅੱਜ ਦੇ ਇਸ ਮੁੱਖ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਰਲ ਮਿਲ ਕੇ ਆਪਣੇ ਗੁਰੂ ਬਾਬੇ ਦੀ ਗੋਦ ਦੇ ਵਿੱਚ ਜੁੜ ਕੇ ਬੈਠੇ ਹਾਂ। ਆਓ ਜਿਸ ਸਮੇਂ ਅਸੀਂ ਦਰਬਾਰ ਦੀ ਆਰੰਭਤਾ ਕੀਤੀ ਸੀ, ਦੀਵਾਨ ਸਜਾਏ ਸਨ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਜਿਹੜੇ ਕਾਰਨ ਸਨ ਜਾਂ ਜਿਨ੍ਹਾਂ ਕਾਰਨਾਂ ਕਰਕੇ ਸ਼ਹੀਦੀ ਹੋਈ, ਉਹ ਤੂਕ ਮਤ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਸਨ। ਸੰਗਤਾਂ ਦੇ ਵੱਲੋਂ ਬੇਨਤੀ ਕੀ ਹੋਈ ਹੈ, ਹੁਕਮ ਹੋਇਆ ਹੈ ਕਿ ਉਸੇ ਵਿਚਾਰ ਨੂੰ ਵਿਸਥਾਰ ਦੇ ਨਾਲ ਦਰਸਾਇਆ ਜਾਵੇ। ਗੁਰੂ ਕਿਰਪਾ ਕਰੇ, ਗੁਰੂ ਸਾਹਿਬ ਤਰਸ ਕਰ ਸਾਨੂੰ ਵਿਚਾਰਾਂ ਕਰਨ ਅਤੇ ਸੁਣਨ ਦੀ ਸਮਰਥ ਬਖਸ਼ਿਸ਼ ਕਰ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ।
ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਕੀਤੇ ਸਨ, ਦਾਸ ਵੱਲੋਂ ਯਤਨ ਕੀਤਾ ਗਿਆ ਸੀ ਕਿ ਜਿਸ ਸਮੇਂ ਤੱਕ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਦਾ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ, ਉਸ ਪੱਖ ਤੱਕ ਦੀ ਵਿਚਾਰ ਅਸੀਂ ਉਹਨਾਂ ਦੀਵਾਨਾਂ ਦੇ ਅੰਦਰ ਸਾਂਝੀ ਕਰ ਚੁੱਕੇ ਹਾਂ, ਜਿਸ ਦੇ ਵਿੱਚ ਪਹਾੜਾ ਮੰਨਣ, ਹੁਕਮ ਦੇ ਵਿੱਚ ਚੱਲਣ, ਰਜਾ ਨੂੰ ਮੰਨਣ ਦੀ ਵਿਚਾਰ ਅਸੀਂ ਸਾਂਝੀ ਕੀਤੀ ਸੀ। ਗੁਰਦਾ ਗੱਦੀ ਤੋਂ ਬਾਅਦ ਦੇ ਜਿਹੜੇ ਕਾਰਜ ਸਨ ਜਾਂ ਜਿਨ੍ਹਾਂ ਕਾਰਜਾਂ ਦੇ ਕਾਰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਉਸ ਦੇ ਬਾਬਤ ਅਸੀਂ ਵਿਚਾਰ ਆਰੰਭ ਕਰਾਂਗੇ। ਜਦੋਂ ਅਸੀਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਪੜ੍ਹਨ ਦਾ ਯਤਨ ਕਰਦੇ ਹਾਂ ਜਾਂ ਖਾਸ ਕਰਕੇ ਸ਼ਹੀਦੀ ਦੇ ਪੱਖ ਨੂੰ ਸਮਝਣ ਦਾ ਯਤਨ ਕਰਦੇ ਹਾਂ, ਕੁਝ ਕੁ ਮੁੱਖ ਕਾਰਨ ਸਨ, ਕੁਝ ਕੁ ਸਹਾਇਕ ਕਾਰਨ ਸਨ, ਪਰ ਜਿਹੜੇ ਮੇਨ ਕਾਰਨ ਸਨ, ਮੁੱਖ ਕਾਰਨ ਸਨ, ਅਸੀਂ ਕਿਤੇ ਨਾ ਕਿਤੇ ਉਹਨਾਂ ਕਾਰਨਾਂ ਤੋਂ ਵਾਂਝੇ ਰਹਿ ਗਏ ਤੇ ਜਿਹੜੇ ਸਹਾਇਕ ਕਾਰਨ ਸਨ ਉਸ ਸਮੇਂ ਦੇ ਨਾਲ ਨਾਲ ਸਾਡੇ ਉੱਤੇ ਹਾਵੀ ਹੁੰਦੇ ਗਏ ਅਤੇ ਸਹਾਇਕ ਕਾਰਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਉਸ ਸ਼ਹਾਦਤ ਤੇ ਜਿਹੜਾ ਪੈਰਾਮੀਟਰ ਸੀ, ਸ਼ਹਾਦਤ ਦਾ ਜਿਹੜਾ ਪੈਮਾਨਾ ਸੀ, ਅਸੀਂ ਉੱਥੇ ਤੱਕ ਸੀਮਿਤ ਕਰ ਦਿੱਤਾ। ਵਿਚਾਰ ਆਰੰਭ ਕੀਤੀ ਗਈ ਸੀ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਆਉਂਦਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੰਗਤਾਂ ਦੀ ਬੇਨਤੀ ਦੇ ਨਾਲ ਜਿਹੜੇ ਪ੍ਰਮੁੱਖ ਸਿੱਖ ਸਨ, ਜਿਨ੍ਹਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਮੁੱਖ ਸਿੱਖ ਸਨ, ਉਹਨਾਂ ਦੀ ਵਿਚਾਰ ਨੂੰ ਸਿਰ ਮੱਥੇ ਮੰਨਦਿਆਂ, ਹੁਕਮ ਨੂੰ ਕਬੂਲਦਿਆਂ ਪਾਤਸ਼ਾਹ ਜੀ ਨੇ ਇਹ ਰਿਸ਼ਤਾ ਠੁਕਰਾ ਦਿੱਤਾ ਸੀ, ਕਿਉਂਕਿ ਸੰਗਤ ਦੇ ਵੱਲੋਂ ਇਹ ਵਿਚਾਰਾਂ ਆਈਆਂ ਸਨ ਵੀ ਚੰਦੂ ਨੇ ਬੋਲ ਬੋਲੇ ਨੇ। ਇੱਕ ਪੱਖ ਇਹ ਸਾਡੇ ਸਾਹਮਣੇ ਰੱਖਿਆ ਗਿਆ, ਹਾਲਾਂਕਿ ਸ਼ਹਾਦਤ ਦਾ ਮੇਨ ਕਾਰਨ ਨਹੀਂ, ਇਹ ਸਹਾਇਕ ਕਾਰਨ ਹੈ। ਅੱਜ ਦੇ ਸਮੇਂ ਦੀ ਅਸੀਂ ਗੱਲ ਕਰ ਲਈ, ਇੱਕ ਪੱਖ ਹੋਰ ਚੰਦੂ ਦੇ ਬਾਬਤ ਸਾਂਝਾ ਕਰ ਦਵਾਂ। ਜਿਸ ਸਮੇਂ ਅਕਬਰ ਤਖਤ ਦੇ ਉੱਤੇ ਬੈਠਾ, ਨਾ ਹੀ ਚੰਦੂ ਪੰਜਾਬ ਦਾ ਗਵਰਨਰ ਹੈ, ਨਾ ਹੀ ਚੰਦੂ ਕਿਸੇ ਉੱਚੇ ਅਹੁਦੇ ਦੇ ਉੱਤੇ ਅਕਬਰ ਦੇ ਦਰਬਾਰ ਦੇ ਵਿੱਚ, ਜਹਾਂਗੀਰ ਦੇ ਦਰਬਾਰ ਦੇ ਵਿੱਚ ਨਿਯੁਕਤ ਕੀਤਾ ਗਿਆ। ਕੋਈ ਚੰਦੂ ਦੀ ਇੰਨੀ ਮਾਇਆ ਨਹੀਂ, ਇੰਨੀ ਪਹੁੰਚ ਨਹੀਂ ਕਿ ਉਸ ਦੇ ਕਹਿਣ ਦੇ ਨਾਲ ਹੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਤਤੀਆਂ ਤਵੀਆਂ ਤੇ ਬਿਠਾ ਦਿੱਤਾ ਗਿਆ। ਚੰਦੂ ਇੱਕ ਸਹਾਇਕ ਕਾਰਨ ਹੋ ਸਕਦਾ, ਹਾਂ ਚੰਦੂ ਨੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ, ਕੁਝ ਮਾਹੌਲ ਇਹੋ ਜਿਹਾ ਕ੍ਰੀਏਟ ਕਰ ਦਿੱਤਾ ਕਿ ਜਿਹੜੇ ਵਿਰੋਧ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰੱਖਦੇ ਸਨ ਜਾਂ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ ਆਪਣਾ ਵਿਰੋਧ ਸਮਝਦੇ ਸਨ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਇਸ ਵਿਚਾਰਧਾਰਾ ਦੇ ਨਾਲ ਸਾਡੇ ਮਤ ਨੂੰ ਕਿਤੇ ਨਾ ਕਿਤੇ ਖਤਰਾ ਹੈ ਨਾ, ਤਾਂ ਉਸ ਮਤ ਦੇ ਨਾਲ ਸੰਬੰਧਿਤ ਰੱਖਣ ਵਾਲੇ ਲੋਕਾਂ ਨੇ ਚੰਦੂ ਦੇ ਵਿੱਚ ਆ ਕੇ ਚੰਦੂ ਦੇ ਵਿਚਾਰਧਾਰਾ ਦੇ ਮਗਰ ਲੱਗ ਕੇ ਤੇ ਉਹਨਾਂ ਨੇ ਜਹਾਂਗੀਰ ਤੱਕ ਪਹੁੰਚ ਕੀਤੀ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਵਿਰੁੱਧ ਜਿਹੜੀਆਂ ਸੀ ਉਹ ਘਾਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਅਵਤਾਰ ਧਾਰਦੇ ਨੇ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨਾਂ ਨੇ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਕਲਮਬੰਦ ਉਸ ਦ੍ਰਿਸ਼ ਨੂੰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਭੇਜਿਆ ਸੀ, ਉਹ ਆਪ ਨਿਰੰਕਾਰ ਦੀ ਜੋਤ ਸਨ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਵਿਚਰਦੇ ਨੇ, ਸੰਸਾਰ ਦੇ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣ ਦਾ ਯਤਨ ਕਰਦੇ ਨੇ, ਸੰਸਾਰ ਦੇ ਲੋਕਾਂ ਦੀ ਦੁਰਦਸ਼ਾ ਨੂੰ ਦੇਖਦੇ ਨੀਵੇਂ ਲੋਕਾਂ ਨੂੰ ਆਪਣੇ ਗਲ ਨਾਲ ਲਾਉਣ ਦਾ ਯਤਨ ਕਰਦੇ ਨੇ, ਨਾਲ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਵੀ ਯਤਨ ਕਰਦੇ ਨੇ ਕਿ ਲੋਕਾਂ ਨੂੰ ਇਹਨਾਂ ਦੀ ਆਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਤਖਤ ਦੇ ਉੱਤੇ ਬਾਬਰ ਬੈਠਾ ਹੋਇਆ। ਅਸੀਂ ਇਤਿਹਾਸ ਦੇ ਵਿੱਚ ਜ਼ਿਕਰ ਵੀ ਕਰਦੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਸੰਬੋਧਨ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਜਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਦਾ ਯਤਨ ਕਰਦੇ ਨਾ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਬਾਬੇ ਕੇ ਅਤੇ ਬਾਬਰ ਕਹਿ ਦੀ ਕਦੇ ਵੀ ਆਪਸ ਦੇ ਵਿੱਚ ਮੇਲ ਭੁਗਤ ਨਹੀਂ ਹੋ ਸਕਦੀ, ਕਦੇ ਵੀ ਨਹੀਂ ਬਣ ਸਕਦੀ। ਬਾਬਰ ਤੋਂ ਬਾਅਦ ਹਮਾਯੂ ਆਇਆ, ਸ਼ੇਰ ਸ਼ਾਹ ਸੂਰੀ ਆਇਆ, ਸ਼ੇਰ ਸ਼ਾਹ ਸੂਰੀ ਤੋਂ ਬਾਅਦ ਅਕਬਰ ਤਖਤ ਦੇ ਉੱਤੇ ਬੈਠਾ ਜਾਂਦਾ ਤੇ ਅਕਬਰ ਜਦੋਂ ਤਖਤ ਦੇ ਉੱਤੇ ਬੈਠਦਾ, ਅਸੀਂ ਹਮਾਯੂ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸ਼ੇਰ ਸ਼ਾਹ ਸੂਰੀ ਦਾ ਆਪਸ ਦੇ ਵਿੱਚ ਇਹਨਾਂ ਦਾ ਤਖਤ ਨੂੰ ਲੈ ਕੇ ਵਿਰੋਧ ਹੁੰਦਾ ਤਾਂ ਉਸ ਸਮੇਂ ਖਡੂਰ ਸਾਹਿਬ ਦੀ ਧਰਤੀ ਉੱਤੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਾਂ ਕਹਿ ਲਈਏ ਹਮਾਯੂ ਚੱਲ ਕੇ ਆਦਾ। ਪਰ ਹਮਾਯੂ
ਜਦੋਂ ਦੇਖਦਾ ਕਿ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਕੋਈ ਉਹਨੂੰ ਬਹੁਤੀ ਮਾਨਤਾ ਨਹੀਂ ਦਿੱਤੀ, ਤਾਂ ਉਹਨੇ ਆਪਣੀ ਤਲਵਾਰ ਦੀ ਮੁੱਠੀ ਦੇ ਉੱਤੇ ਹੱਥ ਰੱਖਿਆ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਉੱਤੇ ਵਾਰ ਕਰਨ ਦਾ ਯਤਨ ਕੀਤਾ। ਪਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਹੀ ਨਾ ਉਹਦੇ ਅੰਦਰ ਨੂੰ ਇੰਨਾ ਕੁ ਟੁੰਬਿਆ ਕਿ ਉਹ ਆਪਣੇ ਆਪ ਦੇ ਵਿੱਚ ਇੰਨੀ ਕੁ ਸ਼ਰਮ ਮਹਿਸੂਸ ਕੀਤੀ ਉਸਨੇ, ਉਹ ਯਤਨ ਨਹੀਂ ਹੋ ਸਕਿਆ, ਉਹਦੇ ਕੋਲ ਇੰਨੀ ਹਿੰਮਤ ਨਹੀਂ ਹੋਈ। ਇਤਿਹਾਸਕਾਰ ਲਿਖਦੇ ਨੇ ਵੀ ਜੇਕਰ ਹਿਮਾਯੂ ਚਾਹੁੰਦਾ, ਉਹਦਾ ਅੰਦਰ ਇਹ ਗੱਲ ਨੂੰ ਰਾਜੀ ਹੁੰਦਾ, ਤਾਂ ਸ਼ਹਾਦਤ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਵੀ ਹੋ ਜਾਣੀ ਸੀ। ਵਿਚਾਰਧਾਰਾ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚੱਲੀ ਆ ਰਹੀ ਨਾ, ਖਤਰਾ ਉਸੇ ਦਿਨ ਤੋਂ ਹੀ ਸਾਡੇ ਉੱਤੇ ਪੈਦਾ ਹੋ ਗਿਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਦਾ ਗੁੱਟ ਫੜ ਕੇ ਇਹ ਸਵਾਲ ਕੀਤਾ ਸੀ ਵੀ ਇਹ ਜਨੇਊ ਪਾਣ ਦਾ ਕਾਰਨ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਕੀ ਅਸੀਂ ਪੜ੍ਹਦੇ ਹਾਂ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੋਂ ਜਦੋਂ ਉਹਨਾਂ ਦਾ ਸਮਾਂ ਹੁੰਦਾ ਤਾਂ ਉਹਨਾਂ ਦੇ ਉੱਤੇ ਕੰਧ ਡੇਗਣ ਦਾ ਵੀ ਯਤਨ ਕੀਤਾ ਜਾਂਦਾ ਵੀ ਤਾਂ ਜੋ ਉਹਨਾਂ ਦੇ ਉੱਤੇ ਕੰਧ ਡਿੱਗ ਜਾਵੇ ਤੇ ਇਸ ਸੰਸਾਰ ਦੇ ਵਿੱਚ ਨਾ ਰਹੇ। ਉਧਰ ਹਿਮਾਯੂ ਆ ਗਿਆ, ਸ਼ੇਰ ਸ਼ਾਹ ਸੂਰੀ ਆ ਗਿਆ ਤੇ ਅਕਬਰ ਤਖਤ ਦੇ ਉੱਤੇ ਬੈਠਦਾ। ਅਕਬਰ ਦੇ ਬਾਬਤ ਬਹੁਤ ਇਤਿਹਾਸਕਾਰਾਂ ਨੇ ਲਿਖਿਆ ਵੀ ਅਕਬਰ ਆਪਣੇ ਸਮੇਂ ਦਾ ਬਹੁਤ ਚੰਗਾ ਰਾਜਾ ਸੀ। ਉਸਨੇ ਇੱਕ ਇਹੋ ਜਿਹਾ ਇਬਾਦਤਖਾਨਾ ਬਣਾਇਆ ਹੋਇਆ ਸੀ ਜਿਸ ਇਬਾਦਤਖਾਨੇ ਦੇ ਵਿੱਚ ਉਹ ਸਾਰੇ ਧਰਮਾਂ ਦੀਆਂ ਵਿਚਾਰਧਾਰਾਂ ਨੂੰ ਸੁਣਦਾ ਸੀ, ਜਿਸ ਦੇ ਵਿੱਚ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਮੁੱਖ ਸੇਵਾ ਨਿਭਾਈ, ਭਾਈ ਗੁਰਦਾਸ ਜੀ ਵੀ ਉਸ ਅਕਬਰ ਦੇ ਕੋਲ ਜਾ ਕੇ ਸਿੱਖੀ ਦੀ ਵਿਚਾਰਧਾਰਾ ਸੀ, ਜਿਹੜੀ ਗੁਰੂ ਦੀ ਵਿਚਾਰਧਾਰਾ ਸੀ, ਉਹ ਪੱਖ ਰੱਖਦੇ ਸਨ। ਅਕਬਰ ਨੇ ਆਪਣੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਹਾਨ ਗ੍ਰੰਥ ਦੀ ਜਿਹੜੀ ਪਦਵੀ ਸੀ ਉਹ ਅਕਬਰ ਦੇ ਚੁੱਕਾ ਸੀ। ਜਿਹੜਾ ਲੋਕਾਂ ਦੇ ਉੱਤੇ ਕਰ ਲੱਗਦਾ ਸੀ, ਲੋਕਾਂ ਦੇ ਉੱਤੇ ਟੈਕਸ ਲੱਗਦਾ ਸੀ, ਅਕਬਰ ਨੇ ਇਸ ਚੀਜ਼ ਦੀ ਵੀ ਨਿਖੇਧੀ ਕੀਤੀ ਵੀ ਧੱਕੇ ਦੇ ਨਾਲ ਕਿਸੇ ਦੇ ਕੋਲ ਕਰਨੀ ਹੈ। ਅਕਬਰ ਦੇ ਗੁਰੂ ਘਰ ਦੇ ਨਾਲ ਚੰਗੇ ਸੰਬੰਧ ਸਨ। ਸਮੇਂ ਦੇ ਅਨੁਸਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਵੀ ਅਕਬਰ ਤੱਕ ਸ਼ਿਕਾਇਤਾਂ ਪਹੁੰਚਦੀਆਂ ਗਈਆਂ ਕਿ ਕਿਤੇ ਨਾ ਕਿਤੇ ਸਾਡੇ ਇਸਲਾਮ ਨੂੰ ਖਤਰਾ ਹੈ। ਪਰ ਅਕਬਰ ਦੀ ਪੂਰੀ ਤਰ੍ਹਾਂ ਸੰਤੁਸ਼ਟੀ ਹੁੰਦੀ ਗਈ। ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵੀ ਅਕਬਰ ਦੇ ਕੋਲ ਗਏ ਨੇ। ਅਕਬਰ ਦੇ ਜਿਹੜੇ ਸਵਾਲ ਸਨ ਉਹਨੂੰ ਨਿਰੁੱਤਰ ਕੀਤਾ ਤੇ ਅਕਬਰ ਇਸ ਗੱਲ ਦੇ ਵਿੱਚ ਰਾਜੀ ਹੋ ਗਿਆ ਵੀ ਨਹੀਂ, ਇਹ ਵਿਚਾਰਧਾਰਾ ਕਿਸੇ ਵੀ ਪੱਖ ਤੋਂ ਵਿਰੋਧੀ ਵਿਚਾਰਧਾਰਾ ਨਹੀਂ ਲੱਗਦੀ। ਅਕਬਰ ਤੋਂ ਬਾਅਦ ਜਦੋਂ ਅਕਬਰ ਦਾ ਸਮਾਂ ਅੰਤਲਾ ਨੇੜੇ ਆਉਂਦਾ ਤਾਂ ਅਕਬਰ ਆਪਣੇ ਪੁੱਤਰ ਜਹਾਂਗੀਰ ਨੂੰ ਛੱਡ ਕੇ, ਜਿਸ ਦਾ ਤਖਤ ਤੇ ਬੈਠਣ ਤੋਂ ਪਹਿਲਾਂ ਦਾ ਨਾਮ ਇਤਿਹਾਸ ਦੇ ਵਿੱਚ ਸਲੀਮ ਕਰਕੇ ਆਉਂਦਾ, ਉਹ ਤਖਤ ਤੇ ਜਦੋਂ ਅਕਬਰ ਬੈਠਾ ਹੈ ਤਾਂ ਜਦੋਂ ਉਹਨੇ ਆਖਰੀ ਸਮਾਂ ਨੇੜੇ ਜਾਣਿਆ ਨਾ, ਤਾਂ ਉਸਨੇ ਜਹਾਂਗੀਰ ਨੂੰ ਛੱਡ ਕੇ ਆਪਣੇ ਪੋਤਰੇ ਖੁਸਰੋ ਨੂੰ ਤਖਤ ਦੇ ਉੱਤੇ ਬਿਠਾਉਣ ਦੇ ਬਾਬਤ ਵਿਚਾਰ ਕੀਤੀ ਵੀ ਇਸ ਤਖਤ ਦਾ ਮਾਲਕ ਹੁਣ ਖੁਸਰੋ ਹੋਵੇਗਾ। ਇਤਿਹਾਸਕਾਰ ਇਹ ਵੀ ਲਿਖਦੇ ਕਿ ਜਹਾਂਗੀਰ ਦੀ ਜਿਹੜੀ ਨੀਤੀ ਸੀ ਨਾ, ਜਿਹੜਾ ਉਹਦਾ ਆਚਰਣ ਸੀ, ਉਹ ਬਹੁਤ ਬਦ ਚੱਲਣ ਸੀ, ਭੈੜੇ ਆਚਰਣ ਦਾ, ਭੈੜੇ ਕਿਰਦਾਰ ਦਾ ਮਾਲਕ ਸੀ। ਇਸ ਕਰਕੇ ਅਕਬਰ ਨੇ ਉਸ ਨੂੰ ਨਹੀਂ ਚੁਣਿਆ। ਸਮਾਂ ਆਉਂਦਾ ਗਿਆ, ਕੁਝ ਇਹੋ ਜਿਹੇ ਕਾਰਨ ਬਣੇ ਕਿ ਜਹਾਂਗੀਰ ਹੀ ਤਖਤ ਦੇ ਉੱਤੇ ਬੈਠ ਜਾਂਦਾ। ਅਕਤੂਬਰ 1605 ਈਸਵੀ ਤੱਕ ਅਕਬਰ ਅਕਾਲ ਚਲਾਣਾ ਕਰ ਲੈਂਦਾ ਤੇ ਉਸ ਤੋਂ ਬਾਅਦ ਜਹਾਂਗੀਰ ਤਖਤ ਦੇ ਉੱਤੇ ਆਪਣੀ ਮਲਕੀਅਤ ਸਮਝਦਾ, ਤਖਤ ਦੇ ਉੱਤੇ ਜਹਾਂਗੀਰ ਬੈਠਦਾ। ਜਹਾਂਗੀਰ ਦੇ ਤਖਤ ਦੇ ਉੱਤੇ ਬੈਠਣ ਤੋਂ ਬਾਅਦ ਜਹਾਂਗੀਰ ਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਆਪਣੇ ਇਸਲਾਮ ਨੂੰ ਪੱਕੇ ਪੈਰਾਂ ਦੇ ਉੱਤੇ ਖੜਾ ਕਰਾਂਗਾ। ਕੁਝ ਕੁ ਮਾਹੌਲ ਇਹੋ ਜਿਹਾ ਬਣਾ ਦਿੱਤਾ ਗਿਆ। ਜਹਾਂਗੀਰ ਤੱਕ ਇਹ ਵੀ ਚਿੱਠੀਆਂ ਭੇਜੀਆਂ ਗਈਆਂ ਵੀ ਭਾਈ ਜੇਕਰ ਤੂੰ ਹੁਣ ਨਾ ਇਸਲਾਮ ਨੂੰ ਪੈਰਾਂ ਦੇ ਉੱਤੇ ਖੜਾ ਕਰ ਸਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਦੁਆਰਾ ਇਹ ਯਤਨ ਨਹੀਂ ਹੋਵੇਗਾ ਕਿ ਇਸ ਨੂੰ ਦੁਆਰਾ ਇਸਲਾਮ ਨੂੰ ਪੱਕੇ ਤੌਰ ਦੇ ਉੱਤੇ ਇੱਕ ਮਹਾਨ ਧਰਮ ਦੇ ਨਾਂ ਦੇ ਉੱਤੇ ਇਹਦਾ ਪ੍ਰਚਾਰ ਹੋ ਸਕੇ। ਜਹਾਂਗੀਰ ਨੂੰ ਇਹੋ ਜਿਹੀਆਂ ਸ਼ਿਕਾਇਤਾਂ ਗਾਹੇ ਬਗਾਹੇ ਪਹੁੰਚਦੀਆਂ ਗਈਆਂ। ਜਹਾਂਗੀਰ ਦੇ ਤਖਤ ਤੇ ਬੈਠਣ ਤੋਂ ਬਾਅਦ ਜਿਸ ਨੂੰ ਅਕਬਰ ਨੇ ਤਖਤ ਦੇਣਾ ਚਾਹਿਆ ਸੀ ਆਪਣੇ ਪੋਤਰੇ ਖੁਸਰੋ ਨੂੰ, ਜਿਹੜਾ ਜਹਾਂਗੀਰ ਦਾ ਪੁੱਤਰ ਸੀ, ਉਹ ਖੁਸਰੋ ਨੇ ਬਗਾਵਤ ਕਰ ਦਿੱਤੀ ਆਗਰੇ ਦੀ ਧਰਤੀ ਤੇ ਜਹਾਂਗੀਰ ਨੂੰ ਜਾਂਦਾ ਜਾਂਦਾ ਇਹ ਕਹਿ ਗਿਆ ਕਿ ਮੈਂ ਆਪਣੇ ਦਾਦੇ ਅਕਬਰ ਦੀ ਕਬਰ ਦੇ ਉੱਤੇ, ਅਕਬਰ ਦੇ ਮਕਬਰ ਦੇ ਉੱਤੇ ਉਹਨੂੰ ਸ਼ਰਧਾਂਜਲੀ ਦੇਣ ਲਈ, ਉਹਨੂੰ ਫੁੱਲ ਭੇਟ ਕਰਨ ਦੇ ਲਈ ਮੈਂ ਜਾ ਰਿਹਾ। ਪਰ ਜਹਾਂਗੀਰ ਨੂੰ ਕਿਤੇ ਨਾ ਕਿਤੇ ਉਹਦੀ ਜਿਹੜੀ ਮਨਸ਼ਾ ਸੀ, ਜਿਸ ਦੇ ਬਾਬਤ ਉਹਨੇ ਬਗਾਵਤ ਕੀਤੀ ਸੀ, ਉਹ ਉਹਨੂੰ ਜਹਾਂਗੀਰ ਨੂੰ ਕਿਤੇ ਨਾ ਕਿਤੇ ਪਤਾ ਲੱਗ ਗਿਆ। ਇਤਿਹਾਸਕਾਰਾਂ ਨੇ ਇਹ ਵੀ ਪੱਖ ਇੱਕ ਸਾਹਮਣੇ ਰੱਖਿਆ ਵੀ ਖੁਸਰੋ ਜਦੋਂ ਬਗਾਵਤ ਕੀਤੀ ਨਾ ਖੁਸਰੋ ਨੇ, ਜਹਾਂਗੀਰ ਨੇ ਖੁਸਰੋ ਦੇ ਮਗਰ ਆਪ ਵੀ ਆਉਣ ਦਾ ਯਤਨ ਕੀਤਾ ਤੇ ਆਪਣੇ ਜਿਹੜੇ ਉਹਦੇ ਸਿਪਾਹੀ ਸਨ ਖੁਸਰੋ ਦੇ ਮਗਰ ਲਾ ਦਿੱਤੇ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦੀ ਬਣਾ ਕੇ ਆਪਣੇ ਕਬਜ਼ੇ ਦੇ ਵਿੱਚ ਲਿਆਂਦਾ ਜਾਵੇ। ਰਾਸਤੇ ਦੇ ਵਿੱਚ ਜਿਨ੍ਹਾਂ ਨੇ ਵੀ ਖੁਸਰੋ ਦੀ ਸਹਾਇਤਾ ਕੀਤੀ, ਖੁਸਰੋ ਦੀ ਮਦਦ ਕਰਨੀ ਚਾਹੀ,
ਜਹਾਂਗੀਰ ਦੇ ਮਗਰ ਮਗਰ ਜਿੱਥੇ ਆਉਂਦਾ ਸੀ ਪਤਾ ਲੱਗਦਾ ਸੀ, ਉਹ ਨਾਲ ਹੀ ਨਾਲ ਉਹਨਾਂ ਨੂੰ ਮਾਰ ਦਿੰਦਾ ਸੀ। ਖੁਸਰੋ ਗੋਇੰਦਵਾਲ ਦੀ ਧਰਤੀ ਦੇ ਉੱਤੇ ਆਉਂਦਾ, ਗੋਇੰਦਵਾਲ ਦੀ ਧਰਤੀ ਦੇ ਉੱਤੇ ਆਉਂਦਾ। ਕੁਝ ਇਤਿਹਾਸਕਾਰ, ਦੋ ਇਤਿਹਾਸਕਾਰਾਂ ਦਾ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਵੀ ਜਦੋਂ ਖੁਸਰੋ ਗੋਇੰਦਵਾਲ ਦੀ ਧਰਤੀ ਦੇ ਉੱਤੇ ਆਉਂਦਾ ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਸ ਪ੍ਰਾਪਤ ਕਰਦਾ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਖੁਸਰੋ ਨੂੰ ਤਿਲਕ ਲਗਾਇਆ, ਉਹਨੂੰ ਥਾਪੜਾ ਦਿੱਤਾ। ਪਰ ਜਦੋਂ ਅਸੀਂ ਜਹਾਂਗੀਰ ਦੇ ਸੁਭਾਅ ਦੀ ਗੱਲ ਕਰੀਏ, ਜਿੱਥੇ ਵਿਚਾਰ ਸਾਂਝੇ ਕੀਤੇ ਕਿ ਜਹਾਂਗੀਰ ਮਗਰੋਂ ਆਂਦਾ ਨਾਲ ਹੀ ਨਾਲ ਉਹਨਾਂ ਬੰਦਿਆਂ ਨੂੰ ਖਤਮ ਕਰਦਾ ਜਾ ਰਿਹਾ ਜਿਹੜੀ ਖੁਸਰੋ ਦੀ ਮਦਦ ਕਰਦੇ ਨੇ, ਤਾਂ ਇਹ ਕਿਸ ਤਰ੍ਹਾਂ ਹੋ ਗਿਆ ਵੀ ਉਹ ਗੋਇੰਦਵਾਲ ਆਇਆ ਹੋਵੇ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਸਮੇਂ ਕੈਦ ਕਿਉਂ ਨਹੀਂ ਕੀਤਾ? ਫਿਲਹਾਲ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੋਇੰਦਵਾਲ ਦੀ ਧਰਤੀ ਦੇ ਉੱਤੇ ਮੌਜੂਦ ਹੀ ਨਹੀਂ ਸਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਨ। ਖੁਸਰੋ ਦੇ ਬਾਬਤ ਜਹਾਂਗੀਰ ਦੇ ਕੋਲ ਇਹ ਗੱਲਾਂ ਪਹੁੰਚਦੀਆਂ ਸਨ, ਜਿਹੜੇ ਚੰਦੂ ਹੋ ਗਿਆ, ਪ੍ਰਿਥੀ ਚੰਦ ਹੋ ਗਿਆ ਜਾਂ ਸ਼ੇਖ ਬੁਖਾਰੀ ਹੋ ਗਿਆ, ਇਹੋ ਜਿਹੇ ਜਿੰਨੇ ਵੀ ਸਨ, ਸਾਰੇ ਨੇ ਉੱਥੋਂ ਤੱਕ ਪਹੁੰਚ ਕੀਤੀ ਵੀ ਜਹਾਂਗੀਰ ਦੇ ਨਾਲ ਇਹ ਵੀ ਇੱਕ ਕਾਰਨ ਅਸੀਂ ਇਹਦੇ ਨਾਲ ਜੋੜ ਦਈਏ, ਜਹਾਂਗੀਰ ਨੂੰ ਮੌਕਾ ਵੀ ਮਿਲ ਜਾਵੇਗਾ, ਹਾਲਾਤ ਵੀ ਇਹੋ ਜਿਹੇ ਨੇ, ਉਹ ਸਾਡੀ ਗੱਲ ਵੀ ਮੰਨ ਲਵੇਗਾ। ਪਰ ਜਹਾਂਗੀਰ ਨੂੰ ਉੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਹੀਂ ਮਿਲੇ, ਗਾਹਾਂ ਲੱਗ ਗਿਆ। ਲਾਹੌਰ ਜਾ ਕੇ ਖੁਸਰੋ ਨੂੰ ਕੈਦ ਕੀਤਾ ਗਿਆ, ਜੋ ਬਣਦੀ ਸਜ਼ਾ ਸੀ ਉਹਨੂੰ ਦਿੱਤੀ ਗਈ। ਇੱਕ ਕਾਰਨ ਇਹ ਵੀ ਮੁੱਖ ਕਾਰਨਾਂ ਦੇ ਵਿੱਚ ਜੋੜ ਦਿੱਤਾ ਜਾਂਦਾ। ਦੂਜਾ ਕਾਰਨ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ। ਅਸੀਂ ਪਹਿਲਾਂ ਇਹ ਪੱਖ ਦੇਖੀਏ ਵੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕਰਨ ਦੀ ਜ਼ਰੂਰਤ ਕੀ ਪਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਅਸੀਂ ਰੋਜ਼ਾਨਾ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਜਿਸ ਦੇ ਵਿੱਚ ਜ਼ਿਕਰ ਆ ਜਾਂਦਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਪਹਿਲਾਂ ਹੋ ਗਏ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵੀ ਹੋ ਗਏ ਨੇ। ਦੋਨਾਂ ਪਾਤਸ਼ਾਹੀਆਂ ਦੀ ਬਾਣੀ ਦੇ ਵਿੱਚ ਕਿਤੇ ਵੀ ਕੱਚੀ ਬਾਣੀ ਦਾ ਜ਼ਿਕਰ ਨਹੀਂ ਆਉਂਦਾ। ਜਿਹੜੀ ਕਾਬਲ ਕੰਧਾਰ ਤੋਂ ਸੰਗਤ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੀ ਹੈ ਨਾ, ਸੰਗਤੀ ਰੂਪ ਦੇ ਵਿੱਚ ਆਉਂਦੇ ਨੇ, ਤਾਂ ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੀ ਮੋਹਰ ਵਰਤ ਕੇ ਨਾ ਕੁਝ ਕਹਾਣੀਆਂ, ਕੁਝ ਕਵਿਤਾਵਾਂ, ਕੁਝ ਰਚਨਾਵਾਂ ਲਿਖੀਆਂ ਜਾ ਰਹੀਆਂ ਨੇ ਤੇ ਆਮ ਸੰਗਤ ਦੇ ਵਿੱਚ ਇਹ ਦੁਵਿਧਾ ਪੈ ਰਹੀ ਹੈ। ਕਿਉਂਕਿ ਅਸੀਂ ਦੇਖਦੇ ਹਾਂ ਬਾਣੀ ਦੇ ਵਿੱਚ ਨਾਨਕ ਭਗਤ ਦੀ ਵਰਤੋਂ ਕੀਤੀ ਗਈ ਹੈ। ਜਦੋਂ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ, ਮੈਂ ਆਮ ਤੌਰ ਤੇ ਦੋ ਪੰਕਤੀਆਂ ਉਹ ਜਿਹੜੀਆਂ ਦੂਜੇ ਹੋਰ ਲਿਖਦੇ ਸਨ ਉਹ ਸਾਂਝੀਆਂ ਕਰ ਦਵਾਂ, ਸਾਡੀ ਜ਼ੁਬਾਨ ਦੇ ਉੱਤੇ ਉਹ ਚੜੀਆਂ ਨੇ। ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਜਾਓ ਨਾ, ਜਾਂ ਤੁਹਾਨੂੰ ਕੋਈ ਟਰੱਕ ਮਿਲੇ ਜਾਂ ਕੋਈ ਟਰਾਲੀ ਮਿਲੇ, ਉੱਥੇ ਆਮ ਤੌਰ ਦੇ ਉੱਤੇ ਲਿਖਿਆ ਜਾਂਦਾ ਨਾਨਕ ਨੀਵਾਂ ਜੋ ਚੱਲੈ ਲੱਗੇ ਨਾ ਧੱਤੀ ਵਾਓ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੀ। ਇਹੋ ਜਿਹੀਆਂ ਅਨੇਕਾਂ ਪੰਕਤੀਆਂ ਜਾਂ ਹੋਰ ਵੀ ਕੁਝ ਕੁ ਸਿੰਗਰਾਂ ਨੇ ਵੀ ਇਹਨਾਂ ਨੂੰ ਆਧਾਰ ਬਣਾ ਕੇ ਗਾਣਾ ਸ਼ੁਰੂ ਕੀਤਾ ਸੀ। ਪਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਲੋੜ ਨੂੰ ਮੁੱਖ ਦੇਖਿਆ ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕਰਨ ਦਾ ਕਾਰਜ ਆਰੰਭ ਕੀਤਾ। ਕਿਉਂਕਿ ਸਿੱਖਾਂ ਦੇ ਕੋਲ, ਸਿੱਖ ਸੰਗਤਾਂ ਦੇ ਕੋਲ ਇੱਕ ਧਾਰਮਿਕ ਕੇਂਦਰਤਾ ਸਥਾਪਿਤ ਹੋ ਗਿਆ ਦਰਬਾਰ ਸਾਹਿਬ। ਸਿੱਖਾਂ ਦੇ ਕੋਲ ਹੁਣ ਇੱਕ ਕਹਿ ਦਈਏ ਵੀ ਕਾਨੂੰਨ ਵੀ ਜ਼ਰੂਰੀ ਸੀ, ਇੱਕ ਮਰਿਆਦਾ ਜ਼ਰੂਰੀ ਸੀ, ਜਿਸ ਮਰਿਆਦਾ ਦੇ ਵਿੱਚ ਰਹਿ ਕੇ ਸਾਡੀ ਮਾਨਸਿਕ ਤੌਰ ਦੇ ਉੱਤੇ ਘਾਟ ਘੜੀ ਜਾਣੀ ਸੀ। ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੱਕ ਜਿਹੜੀਆਂ ਪਹਿਲੀਆਂ ਚਾਰ ਪਾਤਸ਼ਾਹੀਆਂ ਹੋਈਆਂ ਨੇ, ਉਹਨਾਂ ਦੀ ਸਮੁੱਚੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪੋਥੀਆਂ ਦੇ ਰੂਪ ਦੇ ਵਿੱਚ ਪਹੁੰਚ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਪ੍ਰਚਾਰ ਫੇਰੀਆਂ ਕੀਤੀਆਂ, ਉਹਨਾਂ ਪ੍ਰਚਾਰ ਫੇਰੀਆਂ ਦੇ ਦੌਰਾਨ ਭਗਤ ਸਾਹਿਬਾਨਾਂ ਦੀ ਬਾਣੀ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਨੁਸਾਰ ਕਸਵੱਟੀ ਦੇ ਉੱਤੇ ਖਰੀ ਉਤਰਦੀ ਸੀ, ਉਹ ਸਾਰੀ ਬਾਣੀ ਦੀ ਪੋਥੀ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੱਕ ਪਹੁੰਚ ਜਾਂਦੀ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਾਰਜ ਆਰੰਭ ਕਰਦੇ ਨੇ ਤੇ ਭਾਈ ਗੁਰਦਾਸ ਜੀ ਨੂੰ ਮੁੱਖ ਸੇਵਾ ਸੌਂਪਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਕੁਝ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਆਪਣੀਆਂ ਰਚਨਾਵਾਂ ਲੈ ਕੇ ਆਏ, ਜਿਨ੍ਹਾਂ ਦੇ ਵਿੱਚ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਸਨ। ਜਦੋਂ ਇਹਨਾਂ ਨੇ ਆਪਣੀਆਂ ਰਚਨਾਵਾਂ ਲੈ ਕੇ ਆਂਦੀਆਂ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੋ ਵਿਚਾਰਧਾਰਾ ਸਾਡੇ ਸਿੱਖ ਪੰਥ ਦੀ ਚੱਲੀ ਆ ਰਹੀ, ਉਸ ਵਿਚਾਰਧਾਰਾ ਦੇ ਉੱਤੇ ਇਹ ਜਿਹੜੀ ਇਹਨਾਂ ਦੀ ਰਚਨਾ ਸੀ ਇਹ ਖਰੀ ਨਹੀਂ ਉਤਰੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਪੱਖ ਗੁਰਬਾਣੀ ਦੇ ਵਿੱਚ ਦਰਜ ਕਰਨ ਤੋਂ ਮਨਾ ਕਰ ਦਿੱਤਾ, ਕਿਉਂਕਿ ਜਿਹੜਾ ਉਹਨਾਂ ਦੀਆਂ ਰਚਨਾਵਾਂ ਸਨ ਨਾ, ਉਹ ਦੁਨਿਆਵੀ ਇਸ਼ਕ ਨੂੰ ਬਿਆਨ ਕਰਦੀਆਂ ਸਨ, ਦੁਨਿਆਵੀ ਪਿਆਰ ਨੂੰ ਬਿਆਨ ਕਰਦੀਆਂ ਸਨ।
ਪਰ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵਿਚਾਰਧਾਰਾ ਹੈ, ਇਹ ਸਾਡੀ ਇਲਾਹੀ ਦਰਗਾਹੀ ਜਿਹੜੀ ਬਾਣੀ ਹੈ, ਉਹ ਸਾਡੀ ਪਰਮਾਤਮਾ ਦੇ ਨਾਲ ਪ੍ਰੇਮ ਦੀ ਗੰਢ ਨੂੰ ਪੱਕੀ ਕਰਦੀ ਹੈ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਹ ਪੱਖ ਪਾਸੇ ਕੀਤਾ ਵੀ ਨਹੀਂ, ਤੁਹਾਡੀ ਰਚਨਾ ਇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ। ਹੁਣ ਮੈਂ ਇਹਨਾਂ ਦੇ ਵਿੱਚੋਂ ਆਪ ਜੀ ਦੇ ਨਾਮ ਸਾਂਝੇ ਕੀਤੇ ਨੇ। ਕਾਨਾ, ਬੀਲੂ, ਛੱਜੂ ਤੇ ਸ਼ਾਹੂ ਸਾਹਿਬ। ਕਾਨਾ ਜਿਹੜਾ ਸੀ ਉਹ ਇੱਥੋਂ ਕੂਚ ਕਰ ਜਾਂਦਾ। ਜਿਸ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਉਂਦੇ, ਜਦੋਂ ਇੱਥੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਚਲਾ ਜਾਂਦਾ ਤੇ ਰਸਤੇ ਦੇ ਵਿੱਚ ਇਹਦੀ ਮੌਤ ਹੋ ਜਾਂਦੀ। ਮੌਤ ਕਿਸ ਤਰ੍ਹਾਂ ਹੁੰਦੀ? ਘੋੜੇ ਦੇ ਉੱਤੇ ਸਵਾਰ ਹੁੰਦਾ, ਘੋੜੇ ਦੀ ਲਗਾਮ ਦੇ ਵਿੱਚ ਪੈਰ ਫਸ ਜਾਂਦਾ ਤੇ ਘੋੜਾ ਭੱਜਿਆ ਜਾਂਦਾ ਤੇ ਉਹਦਾ ਸਰੀਰ ਰਗੜਿਆ ਜਾਂਦਾ ਤੇ ਉੱਥੇ ਉਹ ਮਰ ਜਾਂਦਾ। ਜਦੋਂ ਹੁਣ ਕਾਨੇ ਦੀ ਰਿਸ਼ਤੇਦਾਰੀ ਦੀ ਗੱਲ ਕਰੀਏ, ਕਾਨੇ ਦੇ ਪਰਿਵਾਰ ਦੇ ਬਾਰੇ ਜ਼ਿਕਰ ਕਰੀਏ, ਤਾਂ ਕਾਨਾ ਜਿਹੜਾ ਸੀ ਉਹ ਚੰਦੂ ਦਾ ਚਚੇਰਾ ਭਰਾ ਸੀ, ਚਾਚੇ ਦਾ ਪੁੱਤਰ ਸੀ। ਤੇ ਚੰਦੂ ਨੂੰ ਇਹ ਵੀ ਮੌਕਾ ਮਿਲ ਗਿਆ ਵੀ ਮੇਰੇ ਚਾਚੇ ਦੇ ਭਰਾ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਮਾਰ ਦਿੱਤਾ, ਮੈਂ ਤਾਂ ਭਾਈ ਬਦਲਾ ਲਵਾਂਗਾ। ਚੰਦੂ ਨੇ ਫਿਰ ਗੰਢ ਤੋਂ ਕਰਨੀ ਸ਼ੁਰੂ ਕਰ ਦਿੱਤੀ। ਤੇ ਦੂਜੇ ਪਾਸੇ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ, ਤੇ ਪ੍ਰਿਥੀ ਚੰਦ ਦੇ ਸੁਭਾਅ ਦੇ ਬਾਬਤ ਅਸੀਂ ਜਾਣਦੇ ਹਾਂ। ਅੰਮ੍ਰਿਤਸਰ ਸਾਹਿਬ ਦੀ ਨਾਕਾਬੰਦੀ ਕੀਤੀ, ਇੱਥੋਂ ਤੱਕ ਕਿ ਜਿਹੜੇ ਮਸੰਦ ਦਸਵੰਧ ਦੀ ਮਾਇਆ ਲੈ ਕੇ ਆਉਂਦੇ ਸਨ, ਉਹ ਦਸਵੰਧ ਦੀ ਮਾਇਆ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੱਕ ਨਹੀਂ ਪਹੁੰਚੀ। ਤੇ ਜਿਸ ਦੇ ਬਾਬਤ ਫਿਰ ਤਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੇ ਹੋਰ ਜਿਹੜੇ ਪ੍ਰਮੁੱਖ ਸਿੱਖ ਸਨ, ਉਹਨਾਂ ਨੇ ਰਲ ਮਿਲ ਕੇ ਸੰਗਤ ਨੂੰ ਸੰਬੋਧਨ ਕਰਦਿਆਂ ਸੰਗਤ ਦੇ ਵਿੱਚ ਜਿਹੜਾ ਇਹ ਭਰਮ ਦਾ ਪਰਦਾ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਪ੍ਰਿਥੀ ਚੰਦ ਨੂੰ ਇਹ ਕਾਰਜ ਸੌਂਪਿਆ ਗਿਆ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੱਕ ਇਹ ਮਾਇਆ ਪਹੁੰਚਦੀ ਹੈ, ਤਾਂ ਉਹ ਸਾਰਾ ਜਿਹੜਾ ਪਰਦਾ ਸੀ ਉਹ ਚੁੱਕਿਆ ਗਿਆ। ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਸ਼ਰਮ ਮਹਿਸੂਸ ਕੀਤੀ ਤੇ ਉਹ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਚਲਾ ਗਿਆ, ਹੋਰ ਨਗਰ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪ੍ਰਿਥੀ ਚੰਦ ਨੇ ਤੇ ਚੰਦੂ ਨੇ ਪਹਿਲਾਂ ਵੀ ਯਤਨ ਕੀਤੇ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉੱਤੇ ਹਮਲਾ ਕਰਾਇਆ ਜਾਵੇ, ਤੇ ਉਸ ਦੇ ਵਿੱਚ ਸੁਲੀ ਖਾਨ ਵਰਗੇ ਆਏ ਚੜ ਕੇ ਤੇ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੱਕ ਪਹੁੰਚ ਹੀ ਨਾ ਸਕੇ। ਉੱਥੋਂ ਪਹੁੰਚਣ ਤੋਂ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਕੋਈ ਘੋੜੇ ਦੇ ਉੱਤੋਂ ਡੇਗ ਕੇ ਮਰ ਗਿਆ, ਕੋਈ ਭੱਠੇ ਦੇ ਵਿੱਚ ਜਾ ਕੇ ਘੋੜਾ ਚਲਾ ਗਿਆ ਤੇ ਉੱਥੇ ਉਹ ਮਰ ਗਿਆ। ਇੱਕ ਪੱਖ ਹੋਰ ਸਾਂਝਾ ਕਰਾਂ, ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਸੀਰੀਅਲ ਚੱਲਦੇ ਨੇ ਅਕਬਰ ਤੇ ਬੀਰਬਲ ਵਾਲੇ, ਸਾਡੇ ਬੱਚੇ ਬਹੁਤ ਦੇਖਦੇ ਨੇ। ਸਭ ਤੋਂ ਮੇਨ ਕਾਰਨ ਬੀਰਬਲ ਦਾ ਵੀ ਸੀ ਸ਼ਹਾਦਤ ਦੇ ਵਿੱਚ। ਬੀਰਬਲ ਇਸ ਆਗਰੇ ਦੇ ਵੱਲੋਂ ਹਿੰਦੁਸਤਾਨ ਦੀ ਧਰਤੀ ਦੇ ਵੱਲੋਂ ਅਫਗਾਨਿਸਤਾਨ ਵੱਲ ਜਾਂਦਾ ਹਮਲਾ ਕਰਨ ਦੇ ਲਈ, ਤੇ ਜਾਂਦਾ ਜਾਂਦਾ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਧਮਕੀ ਦੇ ਕੇ ਜਾਂਦਾ, ਕਹਿੰਦਾ ਇਹ ਆਪਣੀ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਓ, ਨਹੀਂ ਤਾਂ ਵਾਪਸ ਆਉਂਦਾ ਜੇਕਰ ਇਹ ਕਾਰਜ ਨਾ ਹੋਇਆ ਤਾਂ ਕਹਿੰਦਾ ਤੁਹਾਡੇ ਤੇ ਹਮਲਾ ਕਰ ਦਵਾਂਗਾ। ਬੀਰਬਲ ਸਿੱਧੇ ਤੌਰ ਦੇ ਉੱਤੇ ਪਾਤਸ਼ਾਹ ਜੀ ਨੂੰ ਇਹ ਕਹਿ ਗਿਆ ਸੀ, ਪਰ ਵਾਪਸ ਉਹ ਆ ਹੀ ਨਹੀਂ ਸਕਿਆ। ਉਹ ਜੰਗਾਂ ਦੇ ਵਿੱਚ ਉੱਥੇ ਹੀ ਉਹਦੀ ਮੌਤ ਹੋ ਗਈ। ਇਹ ਦੋ ਤਿੰਨ ਪੱਖ ਸਾਂਝੇ ਕੀਤੇ ਆਪ ਜੀ ਨੇ ਨਾਲ। ਚੰਦੂ ਦੀ ਲੜਕੀ ਦੇ ਰਿਸ਼ਤੇ ਦਾ ਕੋਈ ਕਾਰਨ ਨਹੀਂ, ਚੰਦੂ ਦਾ ਕੋਈ ਅਹੁਦਾ ਨਹੀਂ, ਉਹਨੂੰ ਪਾਸੇ ਰੱਖੀਏ। ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਇੱਕ ਪਾਸੇ ਨਰਿੰਦਰ ਮੋਦੀ ਬੈਠਾ, ਕੋਈ ਆਮ ਇਨਸਾਨ ਕਿਸੇ ਦੂਜੇ ਬੰਦੇ ਦੇ ਨਾਲ ਰਿਸ਼ਤਾ ਭੇਜੇ। ਦੁਨੀਆ ਦੇ ਵਿੱਚ ਕਿੰਨੀਆਂ ਉਦਾਹਰਨਾਂ ਵਰਤਦੀਆਂ ਨੇ, ਕਿੰਨੇ ਰਿਸ਼ਤੇ ਟੁੱਟਦੇ ਨੇ, ਕਿੰਨੇ ਰਿਸ਼ਤਿਆਂ ਦੇ ਵਿੱਚ ਵਿਗਾੜ ਪੈ ਜਾਂਦਾ, ਕਿ ਉਹਨੂੰ ਕੋਈ ਫਰਕ ਪਵੇਗਾ? ਕਦੇ ਵੀ ਨਹੀਂ। ਤਾਂ ਸਾਡੇ ਕੋਲ ਇਹੀ ਪ੍ਰਚਾਰ ਕਰ ਦਿੱਤਾ, ਮੁੱਖ ਕਾਰਨ ਜਿਹੜੇ ਸੀ ਉਹ ਪਿੱਛੇ ਰੱਖ ਦਿੱਤੇ। ਖੁਸਰੋ ਦੀ ਬਗਾਵਤ ਹੁੰਦੀ ਹੈ ਤੇ ਉਸ ਦੇ ਬਾਵਜੂਦ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਚਿੱਠੀਆਂ ਭੇਜੀਆਂ ਜਾਂਦੀਆਂ। 73 ਚਿੱਠੀਆਂ ਇੱਕ ਆਦਮੀ ਨੇ ਭੇਜ ਦਿੱਤੀਆਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੱਲ ਪਾਈ ਜਾਵੇ। ਉਸ ਸਮੇਂ ਭਾਈ ਮੰਝ ਜੀ ਦੀ ਸਾਖੀ ਵੀ ਅਸੀਂ ਪੜ੍ਹਦੇ ਹਾਂ। ਤਰਨਤਾਰਨ ਦੀ ਧਰਤੀ ਦੇ ਵੱਲ ਜਾਂ ਮਾਝੇ ਦੀ ਧਰਤੀ ਦੇ ਵੱਲ ਸਖੀ ਸਰਵਰੀਏ ਹੋਏ ਨੇ ਜਿਹੜੇ ਕਬਰਾਂ ਨੂੰ ਜ਼ਿਆਦਾ ਮੰਨਦੇ ਨੇ। ਉਹਨਾਂ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਸੀ, ਪਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵਿਚਾਰਧਾਰਾ ਉੱਚੀ ਹੈ ਨਾ, ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਸੀ ਦੁਨੀਆ ਦੇ ਵਿੱਚ, ਸੰਸਾਰ ਦੇ ਲੋਕਾਂ ਦੇ ਵਿੱਚ, ਉਹ ਵੀ ਘਟਦਾ ਗਿਆ। ਭਾਈ ਮੰਝ ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਪ੍ਰਚਾਰਕ ਸੀ, ਮੇਨ ਵਿਦਵਾਨ ਸਨ ਭਾਈ ਮੰਝ ਜੀ। ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਨਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਤਾਂ ਆ ਕੇ ਸੰਗਤ ਦੀ ਰੂਪ ਦੇ ਵਿੱਚ ਕਿਤੇ ਉਹਨਾਂ ਦਾ ਉੱਥੇ ਅੰਮ੍ਰਿਤਸਰ ਉੱਤੇ ਟਿਕਾਣਾ ਹੁੰਦਾ। ਭਾਈ ਮੰਝ ਦੇ ਨਾਲ ਜਿਹੜੀ ਨਾਲ ਉਹ ਸਖੀ ਸਰਵਰੀ ਆਏ ਨੇ ਨਾ, ਬਾਕੀ ਉੱਥੇ ਟਿਕਾਣਾ ਕਰਦੇ ਤੇ ਆ ਕੇ ਕਿਸੇ ਸਿੱਖ ਨੂੰ ਪੁੱਛਦੇ ਨੇ ਕਿ ਤੁਹਾਡਾ ਗੁਰੂ ਕਿੱਥੇ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਸ ਸਮੇਂ ਕਾਰਜ ਪਤਾ ਕੀ ਕਰਦੇ ਸੀ?
ਕਾਬਲ ਕੰਧਾਰ ਦੇ ਉੱਤੋਂ ਸੰਗਤ ਆਈ ਚੱਲ ਕੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਜੋੜੇ ਸਾਫ਼ ਕਰਦੇ ਸਨ। ਤੇ ਸਿੱਖ ਨੇ ਆਖਿਆ ਵੀ ਸਾਡਾ ਗੁਰੂ ਉਹ ਬੈਠਾ। ਤੇ ਭਾਈ ਮੰਝ ਨੇ ਜਦੋਂ ਇਹੋ ਜਿਹਾ ਵਰਤਾਂਤ ਦੇਖਿਆ ਵੀ ਸਿੱਖਾਂ ਦਾ ਗੁਰੂ ਵੀ ਸੰਗਤਾਂ ਦੀ ਸੇਵਾ ਕਰਨ ਦੇ ਵਿੱਚ ਲੱਗਾ ਪਿਆ ਤੇ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਤਾਂ ਭੌਣ ਦੇ ਵਿੱਚੋਂ ਕਿੱਲਾ ਹੀ ਨਹੀਂ ਨਿਕਲਦਾ। ਜਦੋਂ ਭਾਈ ਮੰਝ ਨੇ ਵਿਚਾਰਧਾਰਾ ਦੇਖੀ ਵੀ ਇਹਨਾਂ ਦਾ ਗੁਰੂ ਵੀ ਇਹੋ ਜਿਹਾ ਮਹਾਨ ਹੈ ਤੇ ਆਪ ਸਿੱਖ ਕਿੰਨੇ ਮਹਾਨ ਹੋਣਗੇ। ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਕਹਿੰਦਾ ਮੈਨੂੰ ਆਪਣਾ ਸਿੱਖ ਬਣਾ ਲਓ। ਬਾਦਸ਼ਾਹ ਜੀ ਨੇ ਪਤਾ ਕੀ ਆਖਿਆ, ਕਹਿੰਦੇ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਪਹਿਲਾਂ ਜਿਹੜੀ ਤੇਰੇ ਅੰਦਰ ਸਿੱਖੀ ਹੈ ਨਾ, ਜਿਹੜੀ ਤੂੰ ਸਰਵਰੀਆਂ ਦੀ ਸਿੱਖੀ ਧਾਰਨ ਕੀਤੀ, ਜਿਹੜੀ ਸਿੱਖਿਆ ਧਾਰਨ ਕੀਤੀ, ਉਹਨੂੰ ਪਾਸੇ ਕਰ ਦੇ। ਜਦੋਂ ਇਹ ਵਿਚਾਰਧਾਰਾ ਪਾਸੇ ਹੋ ਗਈ ਤਾਂ ਤੇਰੇ ਜੀਵਨ ਦੇ ਵਿੱਚ ਇਹ ਸਿੱਖੀ ਦਾ ਜਿਹੜਾ ਗੁਣ ਹੈ ਆਪਣੇ ਆਪ ਪੈਦਾ ਹੋ ਜਾਵੇਗਾ। ਤਾਂ ਚੇਤੇ ਰੱਖਣਾ, ਜਦੋਂ ਭਾਈ ਮੰਝ ਇਹ ਵਿਚਾਰਧਾਰਾ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਕਲਾਵੇ ਦੇ ਵਿੱਚ ਲੈ ਕੇ ਉਹਨੂੰ ਪਿਆਰਾ ਕਰਕੇ ਸੰਬੋਧਨ ਕਰਦੇ ਨੇ। ਭਾਈ ਮੰਝ ਪਿਆਰਾ ਆਖਦੇ ਨੇ, ਦੇਖੋ ਇੱਕ ਆਮ ਆਇਆ ਇਨਸਾਨ ਜਿਹੜਾ ਦੂਜੇ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦਾ, ਜਦੋਂ ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਤਾਂ ਗੁਰੂ ਨੇ ਆਪਣੇ ਕਲਾਵੇ ਦੇ ਵਿੱਚ ਰਹਿ ਲਿਆ। ਅਸੀਂ ਇਸ ਮਤ ਦੇ ਨਾਲ ਸੰਬੰਧ ਰੱਖਦੇ ਆ, ਅਸੀਂ ਬਾਣੀ ਵੀ ਪੜ੍ਹਦੇ ਆ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ। ਉਹਨੇ ਵਿਚਾਰਧਾਰਾ ਮੰਨੀ ਸੀ, ਪਹਿਲਾਂ ਸੀਸ ਨਹੀਂ ਝੁਕਾਇਆ ਸੀ। ਸੀਸ ਤਾਂ ਉਹ ਪਹਿਲੇ ਦਿਨ ਆ ਕੇ ਝੁਕਾ ਗਿਆ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਤੂੰ ਕਬੂਲ ਹੁੰਦਾ ਜਦੋਂ ਤੱਕ ਤੂੰ ਆਪਣੇ ਜੀਵਨ ਅੰਦਰ ਇਹ ਵਿਚਾਰਧਾਰਾ ਨਹੀਂ ਲਾਗੂ ਕਰਦਾ। ਜਦੋਂ ਵਿਚਾਰਧਾਰਾ ਲਾਗੂ ਕਰ ਲਈ ਤਾਂ ਪਾਤਸ਼ਾਹ ਜੀ ਨੇ ਕਲਾਵੇ ਦੇ ਵਿੱਚ ਲੈ ਲਿਆ। ਉਹ ਸਖੀ ਸਰਵਰੀਆਂ ਨੂੰ ਬਹੁਤ ਇਸ ਗੱਲ ਦਾ ਦੁੱਖ ਹੋਇਆ ਕਿ ਸਾਡਾ ਮੇਨ ਪ੍ਰਚਾਰਕ ਹੋਇਆ ਤੇ ਉਹ ਵੀ ਇਹਨਾਂ ਦੇ ਲੜ ਲੱਗ ਗਿਆ, ਤੇ ਜਿਹੜੇ ਆਮ ਲੋਕ ਨੇ ਸਾਡੇ ਨਾਲ ਜੁੜੇ ਹੋਣਗੇ ਤਾਂ ਉਹ ਕੀ ਸਿੱਖਣਗੇ। ਉਹਨਾਂ ਸਖੀ ਸਰਵਰੀਆਂ ਨੇ ਜਿਹਨਾਂ ਦਾ ਮੁੱਖ ਪ੍ਰਚਾਰਕਾਂ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਸੀ, ਸ਼ੇਖ ਅਹਿਮਦ ਬੁਖਾਰੀ ਸੀ, ਉਹਨਾਂ ਨੇ ਵੀ ਜਹਾਂਗੀਰ ਤੱਕ ਪ੍ਰਿਥੀ ਚੰਦੂ ਨਾਲ ਰਲ ਕੇ ਜਹਾਂਗੀਰ ਤੱਕ ਪਹੁੰਚ ਕੀਤੀ ਵੀ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਹੱਲ ਪਾਈ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਔਖਾ ਹੋਵੇਗਾ। ਦੂਜੇ ਪਾਸੇ ਜਿਹੜੇ ਬਾਣੀ ਲੈ ਕੇ ਆਏ ਸਨ, ਆਪਣੀਆਂ ਰਚਨਾਵਾਂ ਲੈ ਕੇ ਆਏ ਸਨ, ਉਹਨਾਂ ਨੇ ਵੀ ਪਹੁੰਚ ਕੀਤੀ ਵੀ ਭਾਈ ਸਾਡੀ ਬਾਣੀ ਦਰਜ ਨਹੀਂ ਕੀਤੀ ਜਾਂ ਵਿਰੋਧਤਾ ਕਰਨੀ ਚਾਹੀ। ਉਹ ਵੀ ਇੱਕ ਕਹਿ ਲਈਏ ਪੂਰਾ ਸੰਗਠਨ ਬਣ ਗਿਆ, ਵੱਖ-ਵੱਖ ਲੋਕਾਂ ਦਾ ਸੰਗਠਨ ਬਣ ਗਿਆ। ਉਹ ਸਾਰਿਆਂ ਨੇ ਜਹਾਂਗੀਰ ਦੇ ਉੱਤੇ ਪ੍ਰਭਾਵ ਪਾਇਆ, ਜਹਾਂਗੀਰ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕਾਰਜ ਕਰਨਾ ਬਹੁਤ ਜ਼ਰੂਰੀ ਹੈ। ਸਮਾਂ ਵੀ ਇਹੋ ਜਿਹਾ ਆਇਆ ਜਹਾਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ, ਅਸੀਂ ਆਖਦੇ ਹਾਂ ਕਿ ਬੰਦੀ ਛੋੜ ਦਾਤਾ ਕਰਕੇ ਯਾਦ ਕਰਦੇ ਹਾਂ। ਜਦੋਂ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹਾਦਤ ਕਰਨ ਲਈ, ਸ਼ਹੀਦ ਕਰਨ ਲਈ ਹੁਕਮ ਦਿੱਤੇ ਸੀ ਨਾ, ਨਾਲ ਉਹਨੇ ਇਹ ਵੀ ਆਖਿਆ ਸੀ ਵੀ ਜਿੰਨੀ ਵੀ ਇਹਨਾਂ ਦੀ ਜ਼ਮੀਨ ਜਾਇਦਾਦ ਹੈ, ਜਿੰਨੇ ਵੀ ਇਹਨਾਂ ਦੇ ਧੀਆਂ ਪੁੱਤਰ ਨੇ, ਪਰਿਵਾਰ ਨੇ, ਸਾਰੇ ਨੂੰ ਬੰਦੀ ਬਣਾ ਲਿਆ ਜਾਵੇ। ਉਸ ਇਹ ਪ੍ਰਥਾ ਦੇ ਉੱਤੇ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਜਾਂਦਾ। ਉਹੀ ਪੱਖ ਚੱਲਿਆ ਆ ਰਿਹਾ। ਹੁਕਮ ਉਦੋਂ ਹੀ ਕਰ ਦਿੱਤਾ ਸੀ ਉਹਨੇ ਜਦੋਂ ਤਖਤ ਦੇ ਉੱਤੇ ਬੈਠਦਾ 1605 ਦੇ ਵਿੱਚ। ਖੁਸਰੋ ਦੀ ਬਗਾਵਤ ਵੀ 1606 ਈਸਵੀ ਦੇ ਵਿੱਚ ਹੋ ਜਾਂਦੀ। 1606 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਜਾਂਦਾ। ਇਹਨਾਂ ਕਾਰਨਾਂ ਕਰਕੇ ਜਹਾਂਗੀਰ ਨੇ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਹੂਬਹੂ ਆਪਣੇ ਬਾਬਤ ਸਭ ਪਤਾ ਲੱਗ ਗਿਆ ਸੀ। ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਇਹ ਵਿਚਾਰ ਸਾਂਝੇ ਕੀਤੇ ਸਨ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਲਾਹੌਰ ਆਪਣੇ ਤਾਏ ਦੇ ਲੜਕੇ ਦੇ ਵਿਆਹ ਦੇ ਵਿੱਚ ਭੇਜਦੇ ਨੇ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕੀ ਆਖਿਆ ਸੀ ਵੀ ਇਹ ਤਾਂ ਮੈਂ ਖੁਸ਼ੀ ਦੇ ਕਾਰਜ ਦੇ ਲਈ ਜਾ ਰਿਹਾ, ਜੇਕਰ ਮੈਨੂੰ ਸੀਸ ਦੇਣ ਲਈ ਵੀ ਜਾਣਾ ਪਵੇ ਨਾ ਤਾਂ ਮੈਂ ਜ਼ਰੂਰ ਜਾਵਾਂਗਾ, ਹੱਸ ਕੇ ਜਾਵਾਂਗਾ। ਦੁਨੀਆ ਦੇ ਉੱਤੇ, ਦੁਨੀਆ ਦੇ ਨਕਸ਼ੇ ਦੇ ਉੱਤੇ, ਦੁਨੀਆ ਦੇ ਇਤਿਹਾਸ ਦੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੋਂ ਪਹਿਲਾਂ ਕੋਈ ਇਹੋ ਜਿਹਾ ਨਹੀਂ ਹੋਇਆ ਜਿਹੜਾ ਸ਼ਹੀਦ ਹੋਣ ਦੇ ਲਈ, ਜਿਹੜਾ ਮਰਨ ਦੇ ਲਈ ਆਪ ਜਾ ਕੇ ਪੇਸ਼ ਹੁੰਦਾ ਹੋਵੇ, ਆਪ ਚੱਲ ਕੇ ਗਿਆ ਹੋਵੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਗਏ ਨੇ ਲਾਹੌਰ ਦੀ ਧਰਤੀ, ਲਾਹੌਰ ਦੀ ਧਰਤੀ ਉੱਤੇ ਪਹੁੰਚਦੇ ਨੇ। ਹੁਣ ਇੱਕ ਪੱਖ ਮੈਂ ਇਹ ਵੀ ਸਾਂਝਾ ਕਰ ਦਵਾਂ, ਅਸੀਂ ਦੇਖਦੇ ਕਿ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ, ਉਬਲਦੀ ਦੇਗ ਦੇ ਵਿੱਚ ਵੀ ਉਬਾਲਿਆ ਗਿਆ, ਤੱਤੀ ਰੇਤ ਵੀ ਸੀਸ ਦੇ ਉੱਤੇ ਪਾਈ ਗਈ। ਕਾਰਨ ਕੀ ਸੀ ਵੀ ਉਹਨਾਂ ਦਾ ਸੀਸ ਕਿਉਂ ਨਹੀਂ ਧੜ ਦੇ ਨਾਲੋਂ ਲੱਗ ਕੀਤਾ ਗਿਆ, ਇਹਨੇ ਤਸੀਹੇ ਕਿਉਂ ਦਿੱਤੇ ਗਏ? ਕਿਉਂਕਿ ਜਿਹੜੇ ਬਾਬਰ ਅਕਬਰ ਦੇ ਜਿਹੜੇ ਵੱਡ ਵਡੇਰੇ ਸੀ ਨਾ, ਇਹਨਾਂ ਨੇ ਇੱਕ ਕਾਨੂੰਨ ਲਾਗੂ ਕੀਤਾ ਸੀ। ਕਹਿੰਦੇ ਵੀ ਜਦੋਂ ਕਿਸੇ ਵੀ ਧਾਰਮਿਕ ਪੁਰਖ ਦੀ ਸ਼ਹੀਦੀ ਹੁੰਦੀ ਨਾ, ਜਦੋਂ ਇਹਦਾ ਖੂਨ ਧਰਤੀ ਦੇ ਉੱਤੇ ਡਿੱਗਦਾ ਤਾਂ ਇਸ ਖੂਨ ਦੇ ਵਿੱਚੋਂ ਹੋਰ ਬਗਾਵਤ ਪੈਦਾ ਹੁੰਦੀ, ਤਾਂ ਹੋਰ ਬਲਵਾਨ ਸੂਰਮੇ ਪੈਦਾ ਹੁੰਦੇ ਨੇ।
ਇਸ ਕਰਕੇ ਉਸ ਕਾਨੂੰਨ ਦੇ ਅਧੀਨ ਚੱਲਦਿਆਂ ਆਪਣੇ ਵੱਡੇ ਵਡੇਰਿਆਂ ਦੇ ਹੁਕਮਾਂ ਦੇ ਉੱਤੇ ਚੱਲਦਿਆਂ ਜਹਾਂਗੀਰ ਨੇ ਇਹ ਐਲਾਨ ਕੀਤਾ ਸੀ ਕਿ ਇਸ ਤਰ੍ਹਾਂ ਇਹਨਾਂ ਨੂੰ ਸ਼ਹੀਦ ਕਰਨਾ। ਸਭ ਤੋਂ ਪਹਿਲਾਂ ਤਤੀ ਤਵੀ ਦੇ ਉੱਤੇ ਬਿਠਾਇਆ ਗਿਆ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਖੂਨ ਸੀ ਨਾ ਉਹ ਸੜ ਜਾਵੇ ਅੱਗ ਦੇ ਸੇਕ ਦੇ ਨਾਲ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸੁਰਤ ਉਹਨਾਂ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੀ ਹੋਵੇ ਕਿ ਉਹ ਤਤੀਆਂ ਤਵੀਆਂ ਦੇ ਸੇਕ ਕੀ ਕਰਨ। ਤਤੀ ਤਵੀ ਦੇ ਉੱਤੇ ਬਿਠਾਇਆ ਗਿਆ, ਉੱਤੇ ਉਹ ਤਤੀ ਰੇਤ ਪਾਈ ਗਈ, ਜਿਹੜਾ ਖੂਨ ਬਾਕੀ ਬਚਦਾ ਉਹ ਵੀ ਇਸ ਰੇਤ ਦੇ ਨਾਲ ਗਰਮ ਸੇਕ ਦੇ ਨਾਲ ਇਹ ਵੀ ਖਤਮ ਹੋ ਜਾਂਦਾ। ਜਦੋਂ ਕਿਤੇ ਥੋੜਾ ਜਿਹਾ ਸਰੀਰ ਬਚਦਾ ਤਾਂ ਉਬਲਦੇ ਪਾਣੀ ਦੇ ਵਿੱਚ, ਉਬਲਦੀ ਦੇਗ ਦੇ ਵਿੱਚ ਬਿਠਾ ਕੇ ਵੀ ਉਹਨਾਂ ਨੂੰ ਤਸੀਹਾ ਦਿੱਤਾ ਜਾਂਦਾ। ਇਹ ਤਸੀਹੇ ਦਿੱਤੇ ਗਏ। ਜਦੋਂ ਫਿਰ ਵੀ ਦੇਖਿਆ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਹਜੇ ਸਵਾਸ ਚੱਲਦੇ ਨੇ ਨਾ, ਸਵਾਸ ਚੱਲਦੇ ਨਾਲ ਨਾਲ ਜਦੋਂ ਉਹਨਾਂ ਨੇ ਦੇਖਿਆ ਸਰੀਰ ਦੇ ਉੱਤੇ ਛਾਲੇ ਨੇ, ਕਿਉਂਕਿ ਪਾਣੀ ਵੀ ਗਰਮ ਹੈ, ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਇੱਕ ਮੌਸਮ ਵੀ ਗਰਮੀ ਦਾ ਸੀ, ਤਾਂ ਸਾਰਾ ਕੁਝ ਜਦੋਂ ਦੇਖਿਆ ਬਾਅਦ ਦੇ ਵਿੱਚ ਕੁਝ ਇਤਿਹਾਸਕਾਰਾਂ ਨੇ ਇਹ ਵੀ ਪੱਖ ਲਿਖਿਆ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਸੀਸ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਸ਼ਹਾਦਤ ਸ਼ੁਰੂ ਹੁੰਦੀ ਕਿੱਥੋਂ? ਦੋ ਪੱਖ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਮੂਹਰੇ ਰੱਖ ਦਿੱਤੇ ਜਾਂਦੇ ਨੇ। ਇਸਲਾਮ ਕਬੂਲ ਕਰ ਲਓ, ਇਹ ਝੂਠ ਦੀ ਦੁਕਾਨ ਬੰਦ ਕਰ ਲਓ। ਝੂਠ ਦੀ ਦੁਕਾਨ ਕਿਹੜੀ? ਜਿਹੜੀ ਤੁਸੀਂ ਸਿੱਖੀ ਦੀ ਮਰਿਆਦਾ ਨੂੰ ਲਾਗੂ ਕਰਦੇ ਹੋ, ਜਿਹੜੇ ਨੀਵਿਆਂ ਨੂੰ ਗਲ ਨਾਲ ਲਾਉਂਦੇ ਹੋ ਨਾ, ਅੰਦਰ ਖਾਤੇ ਇਹ ਕਰਦੇ ਸੀ ਕਿ ਸਾਡੇ ਧਰਮ ਨੂੰ ਖਤਰਾ, ਤੁਸੀਂ ਇਹ ਵਿਚਾਰਧਾਰਾ ਛੱਡ ਦਿਓ, ਤੁਹਾਡਾ ਜੀਵਨ ਸੁਖੀ ਤਰੀਕੇ ਦੇ ਨਾਲ ਬਤੀਤ ਹੋਵੇਗਾ। ਇੱਕ ਪਾਸੇ ਹੁਣ ਤਤੀ ਤਵੀ ਹੈ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਵੀ ਹੈ। ਇੱਕ ਪਾਸੇ ਉਬਲਦੀ ਦੇਗ ਵੀ ਹੈ, ਇੱਕ ਪਾਸੇ ਆਪਣੇ ਪਿਆਰੇ ਸਿੱਖਾਂ ਨੂੰ ਤਗੜੇ ਵੀ ਕਰਨਾ, ਉਹਨਾਂ ਨੂੰ ਇਹ ਵੀ ਦੱਸਣਾ ਵੀ ਅਸੀਂ ਇਸਲਾਮ ਦੀ ਕਬੂਲਦੇ, ਅਸੀਂ ਕਿਸੇ ਦੇ ਥੱਲੇ ਰਹਿ ਕੇ ਨਹੀਂ ਜੀਵਨ ਜਿਉਣਾ ਚਾਹੁੰਦੇ। ਸਾਨੂੰ ਪਤਾ ਵੀ ਇੱਕ ਸਾਡੀ ਆਜ਼ਾਦ ਹਸਤੀ ਕੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ। ਹੁਣ ਸ਼ਹੀਦੀ ਤੋਂ ਬਾਅਦ ਦਾ ਜੋ ਬਦਲਾਅ ਆਉਂਦਾ ਉਹ ਵੀ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਜੋ ਸ਼ਹਾਦਤ ਦਾ ਕਿਸੇ ਵੀ ਕੌਮ ਦੇ ਉੱਤੇ ਅਸਰ ਪੈਂਦਾ ਨਾ, ਕਿਸੇ ਹੋਰ ਤਰੀਕੇ ਦੇ ਨਾਲ ਇੰਨਾ ਅਸਰ ਨਹੀਂ ਹੋ ਸਕਦਾ। ਕਿਸੇ ਹੋਰ ਤਰੀਕੇ ਦੇ ਨਾਲ ਕੌਮ ਦੇ ਵਿੱਚ ਇੰਨੀ ਵੱਡੀ ਤਬਦੀਲੀ ਲਿਆਉਂਦੀ। ਹਾਲਾਂਕਿ ਕਾਰਜ ਪਹਿਲੀਆਂ ਪੰਜੇ ਪਾਤਸ਼ਾਹੀਆਂ ਨੇ ਕਰ ਦਿੱਤੇ ਸਨ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਦੇ ਉੱਤੇ ਵਿਰਾਜਮਾਨ ਹੁੰਦੇ ਨੇ, ਉਹ ਕਹਿੰਦੇ ਅਮਲੀ ਜਾਮਾ ਉਹ ਵਿਚਾਰਧਾਰਾ ਨੂੰ ਪਹਿਨਾਇਆ ਗਿਆ, ਜਿਹਦੇ ਵਿੱਚ ਅਕਾਲ ਤਖਤ ਦੀ ਉਸਾਰੀ ਵੀ ਆ ਜਾਂਦੀ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨੀਆਂ ਵੀ ਆ ਜਾਂਦੀਆਂ। ਇਹ ਸਾਰਾ ਕੁਝ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਨਾ, ਇਹ ਉਪਦੇਸ਼ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਕਰ ਗਏ ਸਨ। ਵੀ ਸਮੇਂ ਨੂੰ ਦੇਖ ਲਿਆ, ਚੰਗੇ ਹਾਲਾਤਾਂ ਨੂੰ ਪਰਖ ਲਿਆ, ਵੀ ਹੁਣ ਗੱਲ ਨਹੀਂ ਬਣਨੀ। ਹੁਣ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵੀ ਚੱਕਣੇ ਪੈਣੇ। ਅੱਜ ਆ ਪਿੱਛੇ ਜੇ ਇੱਕ ਬਿਆਨ ਆਇਆ ਸੀ ਜਥੇਦਾਰ ਸਾਹਿਬ ਦਾ, ਸਾਰੇ ਜਾਣਦੇ ਹੀ ਹੋ ਵੀ ਸਿੱਖ ਨੂੰ ਆਧੁਨਿਕ ਹਥਿਆਰ ਰੱਖਣੇ ਚਾਹੀਦੇ ਨੇ। ਕੁਝ ਵਿਦਵਾਨਾਂ ਨੇ ਆਪਣੀ ਵਿਦਵਤਾ ਇਹ ਘੋਟੀ ਵੀ ਅੱਜ ਦੇ ਸਮੇਂ ਦੇ ਵਿੱਚ ਜੰਗਾਂ ਦੀ ਲੜਾਈ ਦੀ ਵਿਚਾਰਾਂ ਦੀ ਲੜਾਈ ਹੈ, ਕਲਮ ਦੀ ਲੜਾਈ ਹੈ। ਜੇ ਤੁਹਾਡੀ ਕਲਮ ਹੀ ਤੁਹਾਡੇ ਹੱਥ ਦੇ ਵਿੱਚ ਨਾ ਰਹੀ, ਤੁਹਾਡੀ ਕਲਮ ਹੀ ਸੇਫ ਨਾ ਰਹੀ, ਤਾਂ ਫਿਰ ਕੀ ਕਰੋਗੇ? ਕਿਹੜੀ ਵਿਚਾਰ ਰੱਖੋਗੇ? ਜੇ ਇੰਨਾ ਹੀ ਹਥਿਆਰ ਰੱਖਣਾ ਗਲਤ ਹੁੰਦਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਪ੍ਰਕਾਰਾਂ ਦੇ ਵਿੱਚ ਸਾਨੂੰ ਇਹ ਸ਼ਸਤਰ ਕਿਉਂ ਦੇ ਕੇ ਜਾਂਦੇ? ਕੁਝ ਕੁ ਪੱਖ ਇਹ ਵੀ ਨੇ ਸਾਨੂੰ ਮਾਨਸਿਕ ਤੌਰ ਦੇ ਉੱਤੇ ਸਾਡੀ ਵਿਚਾਰਧਾਰਾ ਇੱਥੋਂ ਤੱਕ ਸੀਮਿਤ ਕਰ ਦੇਣਾ ਚਾਹੁੰਦੇ ਨੇ, ਜਿਹੋ ਜੀ ਸਮਾਜ ਨੂੰ ਜ਼ਰੂਰਤ ਹੈ ਨਾ, ਜੇਕਰ ਅਸੀਂ ਸਮਾਜ ਦੀਆਂ ਲੋੜਾਂ ਪੂਰੀਆਂ ਕਰਦੇ ਰਹੀਏ ਤਾਂ ਅਸੀਂ ਸਿੱਖਾਂ। ਜਦੋਂ ਤੁਸੀਂ ਆਪਣਾ ਹੱਕ ਮੰਗ ਲਿਆ ਨਾ, ਤੁਸੀਂ ਸਾਰਿਆਂ ਦੀ ਨਿਗਾਹ ਦੇ ਵਿੱਚ ਅੱਤਵਾਦੀ ਬਣ ਜਾਓਗੇ। ਤੁਸੀਂ ਲੰਗਰ ਲਾ ਲਓ ਕਿਤੇ ਵੀ ਜਾ ਕੇ, ਤੁਹਾਨੂੰ ਕੋਈ ਨਹੀਂ ਮਾੜਾ ਕਹੂਗਾ। ਕਿਤੇ ਵੀ ਜਾ ਕੇ ਪ੍ਰਸ਼ਾਦਾ ਪਾਣੀ ਛਕਾ ਲਓ, ਕੋਈ ਮਾੜਾ ਨਹੀਂ ਕਹੂਗਾ। ਜੇਕਰ ਤੁਸੀਂ ਇਹ ਕਰ ਦਿੱਤਾ ਨਾ ਕਿ ਸਾਡੀ ਆਹ ਮੰਗਾਂ ਨੇ, ਸਾਡੀਆਂ ਇਹ ਮੰਗਾਂ ਮੰਗੀਆਂ ਜਾਣ, ਤਾਂ ਨਾਲ ਹੀ ਤੁਹਾਡੇ ਦੁਆਰੇ ਫਤਵਾ ਜਾਰੀ ਕਰ ਦੇਣਾ, ਇਹ ਤੱਤਵਾਦੀ ਨਹੀਂ। ਇੱਕ ਵਿਚਾਰਧਾਰਾ ਇਹ ਵੀ ਆ ਕਿ ਇਹਨਾਂ ਦੇ ਕੋਲੋਂ ਇਹ ਸ਼ਸਤਰ ਖੋਲੇ ਜਾਣ। ਇੱਕ ਪੱਖ ਹੋਰ ਮੈਂ ਸਾਂਝਾ ਕਰਦਾ ਹਾਂ, ਜੇਕਰ ਹਥਿਆਰ ਇੰਨੇ ਹੀ ਮਾੜੇ ਨੇ, ਜੇਕਰ ਕਿਸੇ ਨੂੰ ਇਹ ਲੱਗਦਾ ਕਿ ਵਿਚਾਰਾਂ ਦਾ ਯੁੱਗ ਹੈ, ਵਿਚਾਰਾਂ ਦੇ ਨਾਲ ਸਹਿਮਤੀ ਪ੍ਰਗਟਾ ਕੇ ਅਸੀਂ ਵਿਰੋਧੀ ਨੂੰ ਕਾਬੂ ਦੇ ਵਿੱਚ ਕਰ ਸਕਦੇ ਹਾਂ। ਕਿੰਨੀਆਂ ਸਰਹੱਦਾਂ ਬਣੀਆਂ, ਕਿੰਨੀ ਮਿਲਟਰੀ, ਕਿੰਨੀਆਂ ਮਾਵਾਂ ਦੇ ਪੁੱਤ ਮਰਦੇ ਨੇ ਰੋਜ਼ਾਨਾ। ਉੱਥੇ ਯੂਨੀਵਰਸਿਟੀਆਂ ਕਿਉਂ ਨਹੀਂ ਖੋਲ ਦਿੰਦੇ? ਕਿਉਂ ਕਾਲਜ ਨਹੀਂ ਖੋਲ ਦਿੰਦੇ ਉੱਥੇ?
ਸਾਡੀ ਵਿਚਾਰਧਾਰਾ, ਸਾਡੀ ਜਿਹੜੀ ਮਰਿਆਦਾ ਹੈ ਉਹ ਤਾਂ ਹੀ ਸੇਫ ਹੈ ਜੇਕਰ ਅਸੀਂ ਉਸ ਦੇ ਆਲੇ ਦੁਆਲੇ ਇਹਨਾਂ ਸ਼ਸਤਰਾਂ ਦੀ ਬਾੜ ਕਰਾਂਗੇ। ਇਤਿਹਾਸ ਦੇ ਵਿੱਚ ਇੱਕ ਕਹਾਣੀ ਆਉਂਦੀ ਨਾ, ਜਦੋਂ ਬਾਦਸ਼ਾਹ ਜੀ ਨੂੰ ਸਵਾਲ ਕੀਤਾ ਜਾਂਦਾ, ਕਹਿੰਦੇ ਵੀ ਤੁਸੀਂ ਤਾਂ ਰਵਾਬ ਇੰਨੀ ਚੰਗੀ ਵਜਾਉਂਦੇ ਹੋ, ਤੁਹਾਡੀ ਤਾਂ ਰਵਾਬ ਦੇ ਨਾਲ ਹੀ ਲੋਕਾਂ ਦੇ ਮਨ ਜਿਹੜੇ ਨੇ ਉਹ ਪਿਘਲ ਜਾਂਦੇ ਨੇ, ਲੋਕ ਮਾਨਸਿਕ ਤੌਰ ਤੇ ਮਰ ਜਾਂਦੇ ਨੇ। ਤੇ ਕਹਿੰਦੇ ਹਥਿਆਰ ਕਿਉਂ ਰੱਖੇ? ਬਾਦਸ਼ਾਹ ਜੀ ਕਹਿੰਦੇ ਰਵਾਬ ਦੀ ਰਾਖੀ ਲਈ ਹਥਿਆਰ ਰੱਖੇ। ਹੁਣ ਕੱਲਾ ਇਹ ਵੀ ਪੱਕ ਨਹੀਂ ਵੀ ਅਸੀਂ ਕਤਾਰ ਧਾਰਨ ਕਰ ਲਈਏ, ਅਸੀਂ ਵੱਡੇ ਵੱਡੇ ਹਥਿਆਰ ਰੱਖ ਲਈਏ। ਜਦੋਂ ਅਸੀਂ ਇਕੱਲੇ ਹਥਿਆਰਾਂ ਦੇ ਪੱਖ ਦੇ ਵਿੱਚ ਜਾਵਾਂਗੇ ਨਾ, ਤਾਂ ਅਸੀਂ ਉਸ ਪੱਖ ਨੂੰ ਜ਼ਿਆਦਾ ਤਵੱਜੋ ਦੇਵਾਂਗੇ ਤੇ ਸਾਨੂੰ ਇਹ ਲੱਗਾਗਾ ਕਿ ਅਸੀਂ ਇੱਕ ਹਥਿਆਰ ਕਿਸੇ ਦੇ ਉੱਤੇ ਜ਼ੁਲਮ ਕਰਨ ਲਈ ਵਰਤ ਦੇਵਾਂਗੇ। ਸਾਡੇ ਕੋਲ ਉਹ ਪੱਖ ਵੀ ਹੋਣਾ ਚਾਹੀਦਾ, ਉਹ ਵਿਚਾਰਧਾਰਾ ਵੀ ਹੋਣੀ ਜ਼ਰੂਰੀ ਹੈ, ਜਿਸ ਦੇ ਨਾਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਹਥਿਆਰ ਚੱਕਣਾ ਕਦੋਂ ਹੈ ਤੇ ਕਿਸ ਦੇ ਲਈ ਚੱਕਣਾ। ਸਿੱਖਾਂ ਦੇ ਵਿੱਚ 5 ਪਾਤਸ਼ਾਹੀਆਂ ਤੱਕ ਇਹ ਸਪਿਰਿਟ ਭਰੀ ਗਈ ਵੀ ਤੁਹਾਨੂੰ ਆਪਣੀ ਆਜ਼ਾਦੀ ਦਾ ਪਤਾ ਹੋਣਾ ਚਾਹੀਦਾ। ਜਦੋਂ ਬਾਣੀ ਦਾ ਪੱਖ ਭਰਿਆ ਗਿਆ, ਨਿਮਰਤਾ ਦਾ ਪੱਖ ਭਰਿਆ ਗਿਆ, ਤਾਂ ਇਤਿਹਾਸ ਦੇ ਵਿੱਚ ਦੇਖ ਲਓ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੇਲੇ 4 ਜੰਗਾਂ, ਇੱਕ ਪਾਸੇ ਜਹਾਂਗੀਰ ਦੀ ਐਡੀ ਤਾਕਤ, ਇੰਨੀਆਂ ਜੰਗਾਂ ਬਾਬਰ ਦੇ ਸਮੇਂ ਤੋਂ ਪਹਿਲਾਂ ਦੀਆਂ ਜੰਗਾਂ ਚੱਲੀਆਂ ਆ ਰਹੀਆਂ, ਉਹ ਪੂਰੇ ਜੰਗਾਂ ਦੇ ਵਿੱਚ ਨਫੋਨਣੇ ਤੇ ਸਿੱਖਾਂ ਦੀ ਪਹਿਲੀ ਜੰਗ ਤੇ ਪਹਿਲੀ ਜੰਗ ਦੇ ਵਿੱਚ ਸਿੱਖਾਂ ਨੇ ਫਤਿਹ ਹਾਸਲ ਕਰ ਲਈ। ਕਿਉਂ? ਅੰਦਰ ਗੁਰੂ ਦਾ ਥਾਪੜਾ, ਗੁਰੂ ਦੀ ਬਖਸ਼ਿਸ਼, ਗੁਰੂ ਦਾ ਹੁਕਮ ਹੈ, ਗੁਰੂ ਦਾ ਹੁਕਮ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਵਿਚਾਰਧਾਰਾ ਨੂੰ ਜਦੋਂ ਅਸੀਂ ਪੱਲੇ ਬੰਨਾਂਗੇ ਨਾ, ਤਾਂ ਗੁਰੂ ਦੇ ਅੰਗ ਸੰਗ ਵਰਤਦਿਆਂ ਗੁਰੂ ਆਪਣੇ ਆਪ ਸਾਰੇ ਕਾਰਜ ਕਰਵਾ ਲਵੇਗਾ। ਅੱਜ ਦੇ ਸਮੇਂ ਦੀ ਜੇਕਰ ਗੱਲ ਕਰ ਲਈਏ ਤਾਂ 40 ਬੰਦਿਆਂ ਦੇ ਮੂਹਰੇ 10 ਲੱਖ ਦਾ ਮੁਕਾਬਲਾ ਕੋਈ ਕਰ ਸਕਦਾ ਨਹੀਂ, ਪਰ ਗੁਰੂ ਦਾ ਥਾਪੜਾ ਉਹ ਵੀ ਕਰਵਾ ਗਿਆ ਚਮਕੌਰ ਦੀ ਗੜੀ ਦੇ ਵਿੱਚ। ਇਹ ਵਿਚਾਰਧਾਰਾ ਨੇ। ਇੱਕ ਪੱਖ ਉਹ ਸਾਡਾ ਰੱਖਾਂ, ਸਾਡੇ ਕੋਲ ਗਿਆਨ ਵੀ ਹੋਣਾ ਚਾਹੀਦਾ, ਬਾਣੀ ਦਾ ਪੱਖ ਵੀ ਹੋਣਾ ਚਾਹੀਦਾ, ਨਾਲ ਨਾਲ ਸਾਡੀ ਪਕੜ ਆਪਣੇ ਜਿਹੜੇ ਪਾਤਸ਼ਾਹ ਜੀ ਦੇ ਵੱਲੋਂ ਬਖਸ਼ੇ ਹੋਏ ਸਾਡੇ ਸ਼ਸਤਰ ਨੇ ਉਹਨਾਂ ਦੇ ਵਿੱਚ ਵੀ ਪੱਕੀ ਹੋਣੀ ਚਾਹੀਦੀ। ਸਿੱਖ ਮਿਸਲਾਂ ਦਾ ਵੇਲਾ ਆਉਂਦਾ, ਸਿੱਖ ਮਿਸਲਾਂ ਦੇ ਵੇਲੇ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸਨ, ਜਿਹੜੇ ਆਮ ਗਰੀਬ ਲੋਕਾਂ ਨੂੰ ਲੁੱਟਦੇ ਸਨ, ਗਰੀਬਾਂ ਨੂੰ ਮਾਰਦੇ ਸਨ, ਉਹ ਲੁੱਟ ਦਾ ਪੈਸਾ ਆਪਣੇ ਕਾਬੂ ਦੇ ਵਿੱਚ ਕਰਦੇ ਸਨ, ਲੋਕਾਂ ਦੇ ਕੋਲੋਂ ਟੈਕਸ ਵੀ ਲੈਂਦੇ ਸਨ, ਧੱਕੇ ਦੇ ਨਾਲ ਕਿਤੇ ਧਰਮ ਵੀ ਤਬਦੀਲ ਕਰਵਾ ਦਿੱਤਾ। ਸਿੱਖਾਂ ਦਾ ਵੀ ਇੱਥੋਂ ਤੱਕ ਵੀ ਆਖ ਦਿੱਤਾ ਵੀ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ, ਇਹਨਾਂ ਨੂੰ ਮਾਰ ਦਿੱਤਾ ਜਾਵੇ, ਜਿਹੜਾ ਇਹਨਾਂ ਨੂੰ ਮਾਰ ਕੇ ਆਵੇਗਾ ਉਹਨੂੰ ਵੱਡੀਆਂ ਕੀਮਤਾਂ ਦਿੱਤੀਆਂ ਜਾਣਗੀਆਂ। ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਨੇ ਵੀ ਜਿੱਥੇ ਕਿਸੇ ਨਾ ਕਿਸੇ ਹਕੂਮਤ ਦੇ ਆਗੂਕਾਰ ਨੂੰ ਲੁੱਟਿਆ, ਤਾਂ ਉਹ ਜਿਹੜਾ ਧਨ ਸੀ ਆਮ ਗਰੀਬਾਂ ਦੇ ਵਿੱਚ ਵੰਡਿਆ ਜਾਂਦਾ ਸੀ। ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਕਸ਼ਮੀਰ ਦੇ ਕੋਲੋਂ ਇੱਕ ਰਾਜਾ, ਇੱਕ ਸ਼ਾਹੂਕਾਰ ਆਪਣਾ ਜੋ ਵੀ ਸਾਜੋ ਸਮਾਨ ਸੀ ਲੈ ਕੇ ਕਿਸੇ ਬਾਦਸ਼ਾਹ ਦੇ ਕੋਲ ਪੇਸ਼ ਹੋਣਾ ਚਾਹੁੰਦਾ। ਅਸੀਂ ਦੇਖਦੇ ਹਾਂ ਕਸ਼ਮੀਰ ਦੇ ਸ਼ਾਲ ਵਗੈਰਾ ਜਾਂ ਹੋਰ ਚੀਜ਼ਾਂ ਬਹੁਤ ਮਸ਼ਹੂਰ ਨੇ। ਇਹੋ ਜਿਹਾ ਸਮਾਨ ਲੈ ਕੇ ਕਸ਼ਮੀਰ ਤੋਂ ਸ਼ਾਹੂਕਾਰ ਤੁਰਿਆ ਜਾਂਦਾ। ਸਿੱਖਾਂ ਦੇ ਕੋਲ ਇਹ ਗੱਲ ਪਹੁੰਚਦੀ ਵੀ ਇਹ ਸ਼ਾਹੂਕਾਰ ਜਿਹੜਾ ਸਮਾਨ ਲੈ ਕੇ ਆ ਰਿਹਾ ਨਾ, ਇਹ ਕਿਸੇ ਹਾਕਮ ਦਾ ਸਮਾਨ ਹੈ ਤੇ ਅਸੀਂ ਇਹਨੂੰ ਲੁੱਟ ਲੈਂਦੇ ਹਾਂ। ਅੱਜ ਜਦੋਂ ਘੱਲੂਘਾਰਿਆਂ ਦਾ ਸਮਾਂ ਆਉਂਦਾ, ਇਸ ਸਮੇਂ ਦੀ ਘਟਨਾ, ਜਦੋਂ ਸਿੱਖਾਂ ਨੇ ਉਹ ਸ਼ਾਹੂਕਾਰ ਨੂੰ ਲੁੱਟ ਲਿਆ ਨਾ, ਸਿੱਖਾਂ ਦੇ ਕੋਲ ਤਨ ਦੇ ਉੱਤੇ ਕੇਵਲ ਕਕਾਰ ਨੇ ਜਾਂ ਤੇੜ ਕਸ਼ਹਿਰਾ ਹੈ, ਤਨ ਦੇ ਉੱਤੇ ਕੋਈ ਵਸਤਰ ਨਹੀਂ। ਘੋੜਿਆਂ ਦੇ ਉੱਤੇ ਉਹਨਾਂ ਦਾ ਸੋਨਾ ਹੈ, ਘੋੜਿਆਂ ਦਾ ਉੱਤੇ ਜਿਹੜਾ ਉਹਨਾਂ ਦਾ ਰਹਿਣ ਬਸੇਰਾ, ਘੋੜਿਆਂ ਦੇ ਉੱਤੇ ਹੀ ਉਹਨਾਂ ਦਾ ਘਰ ਹੈ। ਤਨ ਦੇ ਉੱਤੇ ਕੋਈ ਵੀ ਕੱਪੜਾ ਨਹੀਂ, ਇੱਕ ਸਿਰ ਦਸਤਾਰ ਹੈ। ਜਦੋਂ ਉਹਨਾਂ ਨੇ ਉਹ ਸ਼ਾਹੂਕਾਰ ਨੂੰ ਲੁੱਟ ਲਿਆ ਨਾ, ਸਾਰਿਆਂ ਨੇ ਮਨ ਦੇ ਵਿੱਚ ਚਲੋ ਖੁਸ਼ੀ ਮਹਿਸੂਸ ਕੀਤੀ ਵੀ ਚਲੋ ਸਾਨੂੰ ਤਨ ਢੱਕਣ ਲਈ ਕੱਪੜਾ ਮਿਲ ਗਿਆ। ਸ਼ਾਹੂਕਾਰ ਦੇ ਕੋਲ ਜਦੋਂ ਬਾਅਦ ਦੇ ਵਿੱਚ ਪਤਾ ਲੱਗਾ ਨਾ, ਉਹ ਕਹਿੰਦਾ ਵੀ ਸਿੱਖਾਂ ਦੇ ਕੋਲ ਇਹ ਗੱਲ ਪਹੁੰਚੀ ਵੀ ਇਹ ਸ਼ਾਹੂਕਾਰ ਨੂੰ ਹਜੇ ਇਸ ਚੀਜ਼ ਦੀ ਰਕਮ ਨਹੀਂ ਮਿਲੀ, ਇਹ ਹਜੇ ਵੇਚਣ ਦੇ ਲਈ ਜਾ ਰਿਹਾ ਸੀ, ਇਹਨੂੰ ਪੈਸੇ ਨਹੀਂ ਮਿਲੇ ਸੀ, ਇਹਦੇ ਨਾਲ ਧੱਕਾ ਹੋਇਆ। ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਆਪਣੇ ਤਨ ਦੇ ਉੱਤੇ ਉਹ ਸਾਰੇ ਵਸਤਰ ਪਹਿਨੇ ਸੀ ਨਾ, ਉਸੇ ਤਰ੍ਹਾਂ ਸਹੀ ਤਰੀਕੇ ਦੇ ਨਾਲ ਸੰਭਾਲ ਕੇ ਉਹ ਸ਼ਾਹੂਕਾਰ ਨੂੰ ਵਾਪਸ ਕਰ ਦਿੱਤੇ। ਕਿਉਂ? ਅੰਦਰ ਨਿਮਰਤਾ ਭਾਵਨਾ ਸੀ, ਕਿਸੇ ਦਾ ਹੱਕ ਨਹੀਂ ਮਾਰਨਾ। ਸ਼ਾਹੂਕਾਰ ਨੂੰ ਜਦੋਂ ਇਹ ਵਿਚਾਰ ਪੱਥ ਲੱਗੀ, ਗੱਲ ਕਿੱਥੋਂ ਆਈ? ਗੁਰੂ ਦੀ ਵਿਚਾਰਧਾਰਾ ਮਨ ਦੇ ਵਿੱਚ ਪੱਕੀ ਸੀ ਨਾ। ਘਰ ਘਾਟ ਕੋਈ ਨਹੀਂ, ਸਿਰ ਦੇ ਉੱਤੇ ਛੱਤ ਨਹੀਂ, ਇਹ ਨਹੀਂ ਪਤਾ ਵੀ ਪ੍ਰਸ਼ਾਦਾ ਅੱਜ ਦਾ ਮਿਲਿਆ, ਅੱਜ ਦਾ ਛਕਿਆ, ਕਿੰਨੇ ਦਿਨਾਂ ਬਾਅਦ ਛਕਾਂਗੇ। ਬਾਣੀ ਦਾ ਪੱਖ ਜੀਵਨ ਦੇ ਵਿੱਚੋਂ ਕਦੇ ਵੀ ਫਿੱਕਾ ਨਹੀਂ ਪੈਂਦਾ। ਉਸ ਸਮੇਂ ਨੂੰ ਯਾਦ ਕਰੀਏ। ਅੱਜ ਸਾਡੇ ਕੋਲ ਧਨ ਦੌਲਤ ਬਹੁਤ ਹੈ, ਵਧੀਆ ਘਰ ਘਾਟ ਨੇ, ਉਹਨਾਂ ਦੀ ਬਦੌਲਤ, ਉਹਨਾਂ ਯੋਧਿਆਂ ਦੀ ਬਦੌਲਤ
ਅਸੀਂ ਮਖਮਲੀ ਗੱਦਿਆਂ ਦੇ ਉੱਤੇ, ਮਖਮਲੀ ਸੇਜਾਂ ਦੇ ਉੱਤੇ ਸੌਂਦੇ ਹਾਂ। ਗੁਰੂ ਦੀ ਬਹੁਤ ਅਪਾਰ ਬਖਸ਼ਿਸ਼ ਹੈ। ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਅੰਦਰ ਉਹ ਸਤਿਕਾਰ ਕਰਨਾ ਬਣਦਾ ਸੀ ਨਾ, ਉਹ ਕਿਤੇ ਨਾ ਕਿਤੇ ਪੱਖ ਨੀਵਾ ਪੈ ਰਿਹਾ, ਉਹ ਪੱਖ ਫਿੱਕਾ ਪੈ ਰਿਹਾ। ਉਹ ਅੰਦਰੋਂ ਜੁੜੇ ਹੋਏ ਸਨ। ਤਨ ਦੇ ਉੱਤੇ ਵਸਤਰ ਵੀ ਨਹੀਂ, ਤਨ ਦੇ ਉੱਤੇ ਪਹਿਨਣ ਦੇ ਲਈ ਕੋਈ ਕੱਪੜਾ ਨਹੀਂ, ਪ੍ਰਸ਼ਾਦਾ ਪਾਣੀ ਨਹੀਂ, ਪਰ ਫਿਰ ਵੀ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਗੁਰੂ ਦੀ ਭੈ ਬਾਣੀ ਵਿੱਚ ਚੱਲਦੇ ਨੇ। ਉਹਨਾਂ ਯੋਧਿਆਂ ਦੀਆਂ ਘਾਲਣਾ ਦੇ ਕਾਰਨ ਸਾਨੂੰ ਖਾਲਸਾ ਰਾਜ ਮਿਲਿਆ, ਖਾਲਸਾ ਰਾਜ ਸਥਾਪਿਤ ਹੋਇਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸ਼ਹੀਦੀ ਨੇ ਇਹੋ ਜਿਹਾ ਬੀਜ ਪੈਦਾ ਕਰ ਦਿੱਤਾ ਸਿੱਖਾਂ ਦੇ ਅੰਦਰ, ਜਿੱਥੇ ਸਿੱਖਾਂ ਨੇ ਧਾਰਮਿਕ ਗ੍ਰੰਥਾਂ ਦੀ ਵਿਦਿਆ ਹਾਸਲ ਕੀਤੀ, ਨਾਲ ਹੀ ਨਾਲ ਸ਼ਸਤਰਾਂ ਦੇ ਵਿੱਚ ਵੀ ਨਿਪੁੰਨ ਹੋ ਗਏ। ਇਹੋ ਜਿਹਾ ਸਮਾਂ ਆ ਗਿਆ ਕਿ ਜਿਹੜੀ ਪਹਿਲੀ ਜੰਗ ਬਾਜ਼ ਦੇ ਕਾਰਨ ਹੋਈ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਇਹ ਆਖਿਆ ਸੀ ਕਿ ਪਾਤਸ਼ਾਹ ਜੀ ਇੱਕ ਬਾਜ਼ ਹੈ, ਬਾਜ਼ ਦੇ ਮਗਰ ਕਿਉਂ ਲੜਨਾ? ਤਾਂ ਪਾਤਸ਼ਾਹ ਜੀ ਆਖਦੇ ਸੀ ਵੀ ਇਹਨਾਂ ਤੋਂ ਕੇਵਲ ਅਸੀਂ ਬਾਜ਼ ਨਹੀਂ ਲੈਣਾ, ਇਹਨਾਂ ਦੇ ਕੋਲੋਂ ਅਸੀਂ ਰਾਜ ਲੈਣਾ, ਅਸੀਂ ਆਪਣੀ ਆਜ਼ਾਦ ਹਸਤੀ ਪ੍ਰਗਟ ਕਰਨੀ ਹੈ। ਉਹ ਪਹਿਲੀ ਜੰਗ ਦੇ ਕਾਰਨ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਵਾਪਰਦੀ ਹੈ, ਉਸ ਦੀ ਬਦੌਲਤ 1710 ਈਸਵੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਥਾਂ ਦੇ ਉੱਤੇ ਖਾਲਸੇ ਦਾ ਨਿਸ਼ਾਨ ਸਾਹਿਬ ਲਾਦਾ ਸੀ। ਪੱਖ ਦੋਨੋਂ ਜ਼ਰੂਰੀ ਨੇ। ਕੱਲੀ ਅਸੀਂ ਕਕਾਰ ਪਾ ਕੇ ਵੀ ਸਿੱਖੀ ਦੇ ਵਿੱਚ ਕਬੂਲ ਨਹੀਂ, ਤੇ ਕੱਲੀ ਬਾਣੀ ਦੇ ਪੱਖ ਦੇ ਨਾਲ ਵੀ ਅਸੀਂ ਸਿੱਖੀ ਦੇ ਵਿੱਚ ਕਬੂਲ ਨਹੀਂ, ਕਿਉਂਕਿ ਦੋਨੋਂ ਗੁਰੂ ਦੇ ਹੁਕਮ ਨੇ। ਤਾਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਤਲੇ ਵੇਲੇ ਹੀ ਹੁਕਮ ਕੀਤਾ ਸੀ ਕਿ ਸਭ ਸਿੱਖਾਂ ਨੂੰ ਹੁਕਮ ਹੈ, ਗੁਰੂ ਮਾਨਿਆ ਗ੍ਰੰਥ ਹੈ। ਤੇ ਉਸ ਤੋਂ ਪਹਿਲਾਂ ਵੀ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਇਹਨਾਂ ਗ੍ਰੰਥਾਂ ਦੀ, ਸਾਡੀ ਵਿਚਾਰਧਾਰਾ ਦੀ ਰਾਖੀ ਵਾਸਤੇ ਸਾਡੀ ਝੋਲੀ ਦੇ ਵਿੱਚ ਸ਼ਸਤਰ ਪਾ ਦਿੱਤੇ। ਇਹ ਕਾਰਨ ਮੇਨ ਸਨ, ਇਹ ਕਾਰਨ ਮੁੱਖ ਸਨ ਸ਼ਹਾਦਤ ਦੇ। ਪਹਿਲਾ ਖੁਸਰੋ ਦੀ ਬਗਾਵਤ, ਦੂਜਾ ਜਹਾਂਗੀਰ ਨੂੰ ਇਹ ਫਿਕਰ ਸੀ ਕਿ ਅਕਬਰ ਦੇ ਕਾਰਨ ਇਹਨਾਂ ਦਾ ਧਰਮ ਬਹੁਤ ਵੱਧ ਗਿਆ, ਕਿਉਂਕਿ ਅਕਬਰ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਾਨਤਾ ਦਿੱਤੀ ਸੀ। ਜਹਾਂਗੀਰ ਦੇ ਕੋਲ ਇਹ ਬਰਦਾਸ਼ਤ ਨਹੀਂ ਹੈ, ਜਹਾਂਗੀਰ ਬਹੁਤ ਕੱਟੜ ਸੀ। ਜਹਾਂਗੀਰ ਨੇ ਬਹੁਤ ਵਿਰੋਧਤਾ ਕੀਤੀ, ਇੱਥੋਂ ਤੱਕ ਲਿਖ ਦਿੱਤਾ ਜਹਾਂਗੀਰ ਦੀਆਂ ਆਪਣੀਆਂ ਜਿਹੜੀਆਂ ਉਸ ਸਮੇਂ ਦੀਆਂ ਲਿਖੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਜ਼ਿਕਰ ਮਿਲਦਾ ਕਿ ਉਹ ਖੜੇ ਬੰਦੇ ਦੀ ਖਾਲ ਲਹਾ ਦਿੰਦਾ ਸੀ। ਜੇ ਉਹਦੇ ਸਾਹਮਣੇ ਕੋਈ ਖੜਾ ਹੋਵੇ ਨਾ, ਉਹਦਾ ਸਰੀਰ ਦੇ ਉੱਤੇ ਉਹਦੀ ਚਮੜੀ ਲਹਾ ਦਿੰਦਾ ਸੀ, ਇੰਨਾ ਜ਼ਾਲਮ ਸੀ। ਫਿਰ ਉਹ ਕਿਸੇ ਹੋਰ ਮਤ ਦੀ ਵਿਚਾਰਧਾਰਾ ਨੂੰ ਪ੍ਰਬਲਿਤ ਹੁੰਦਾ ਕਿੱਦਾਂ ਦੇਖ ਸਕਦਾ ਸੀ? ਉਹ ਸਾਰੇ ਪੱਖ ਮੇਨ ਮੰਨੇ ਗਏ ਤੇ ਉਹਨਾਂ ਪੱਖਾਂ ਤੋਂ ਅਸੀਂ ਕਿਤੇ ਨਾ ਕਿਤੇ ਵਾਂਝੇ ਰਹਿ ਗਏ ਸੀ। ਤੇ ਆ ਦੋ ਚਾਰ ਜਿਹੜੇ ਸਹਾਇਕ ਕਾਰਨ ਸੀ ਉਹ ਸਾਡੇ ਸਾਹਮਣੇ ਪੇਸ਼ ਰੱਖ ਕੀਤੇ ਸੀ। ਇੰਨੇ ਇੱਕ ਛੋਟੇ ਕਾਰਨਾਂ ਵਾਸਤੇ ਕੋਈ ਇੰਨਾ ਵੱਡਾ ਉਪਰਾਲਾ ਨਹੀਂ ਕਰਦਾ। ਵਿਚਾਰਧਾਰਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਕਿਤੇ ਵੀ ਆਂਚ ਨਹੀਂ ਆਉਣ ਦੇਣੀ। ਇਹ ਵਿਚਾਰਧਾਰਾ ਦਾ ਪੱਖ ਕਿਤੇ ਥੱਲੇ ਨਾ ਪੈ ਜਾਵੇ। ਜੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਮਰਨਾ ਸੂਰਮਿਆਂ ਦਾ ਹੱਕ ਹੈ, ਤਾਂ ਉਹ ਪਾਤਸ਼ਾਹ ਜੀ ਨੇ ਕਰਕੇ ਵੀ ਦਿਖਾਇਆ। ਉਹ ਸਾਰੀ ਵਿਚਾਰਧਾਰਾ ਪਾਤਸ਼ਾਹ ਜੀ ਦੀ ਜੇਕਰ ਕਹਿ ਦਈਏ, ਉਹਨਾਂ ਦੀ ਜੀਵਨ ਦੇ ਤੱਤ ਨੇ, ਜੀਵਨ ਦਾ ਨਿਚੋੜ ਹੈ 35 ਮਹਾਂਪੁਰਖਾਂ ਦੀ ਬਾਣੀ। ਉਹ ਜੀਵਨ ਦੇ ਤਜਰਬੇ ਨੇ ਜਿਹੜੇ ਸੌਖੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਕਰ ਗਏ, ਤੇ ਅਸੀਂ ਇੰਨਾ ਕੁ ਉਸ ਤੋਂ ਦੂਰ ਹੋ ਗਏ ਤੇ ਉਹ ਸੌਖੀ ਕੀਤੀ ਵਿਚਾਰਧਾਰਾ ਵੀ ਸਾਨੂੰ ਔਖੀ ਲੱਗਣ ਲੱਗ ਪਈ। ਕਾਰਨ ਕਿ ਅਸੀਂ ਅੰਦਰੋਂ ਟੁੱਟਦੇ ਗਏ। ਸਰੀਰਕ ਤੌਰ ਦੇ ਉੱਤੇ ਬੇਸ਼ੱਕ ਨੇੜੇ ਆਉਂਦੇ ਗਏ, ਸਰੀਰਕ ਤੌਰ ਦੇ ਉੱਤੇ, ਦੁਨਿਆਵੀ ਤੌਰ ਦੇ ਉੱਤੇ ਬਹੁਤ ਕੁਝ ਭੇਟ ਕਰ ਦਿੱਤਾ। ਹਰੇਕ ਸਿੱਖ ਦੀ ਸ਼ਰਧਾ ਹੈ ਆਪਣੇ ਗੁਰੂ ਪ੍ਰਤੀ, ਪਰ ਉਹ ਸ਼ਰਧਾ ਕਿਤੇ ਨਾ ਕਿਤੇ ਸਾਡੀ ਮਨ ਦੀ ਵੀ ਜੁੜਨੀ ਚਾਹੀਦੀ। ਜਿੱਦਣ ਮਨ ਦੀ ਸ਼ਰਧਾ ਜੁੜ ਗਈ ਨਾ, ਦੁਨੀਆ ਦੇ ਉੱਤੇ ਜੋ ਕੁਝ ਵੀ ਹੁੰਦਾ ਰਿਹਾ, ਅਸੀਂ ਮਨ ਦੀ ਸ਼ਰਧਾ ਨੂੰ ਜਦੋਂ ਮੁੱਖ ਰੱਖ ਲਿਆ ਨਾ, ਫਿਰ ਚਾਹੇ ਸਾਨੂੰ ਵੀ ਚਰਖੜੀਆਂ ਦੇ ਉੱਤੇ ਚਾੜ ਦਿੱਤਾ ਜਾਵੇ, ਅਸੀਂ ਕਦੇ ਸੀ ਨਾ। ਕੱਲਾ ਇਹ ਨਾ ਆਖੀਏ ਕਿ ਗੁਰੂ ਸਾਹਿਬ ਵੀ ਤਤੀ ਤਵੀ ਦੇ ਉੱਤੇ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵੀ ਦੇਗ ਦੇ ਵਿੱਚ ਵੀ ਉਬਾਲਿਆ ਗਿਆ, ਰੂੰ ਦੇ ਨਾਲ ਬੰਨ ਕੇ ਵੀ ਸਾੜ ਦਿੱਤਾ ਗਿਆ। ਅਸੀਂ ਆਮ ਤੌਰ ਤੇ ਇਹ ਆ ਕੇ ਫੁੱਲਾ ਝਾੜਨ ਦਾ ਯਤਨ ਕਰਦੇ ਵੀ ਉਹ ਗੁਰੂ ਸੀ, ਗੁਰੂ ਹੀ ਕਰ ਗਿਆ। ਗੁਰੂ ਦੇ ਸਿੱਖਾਂ ਦਾ ਇਤਿਹਾਸ ਵੀ ਕਿੰਨਾ ਕੀਮਤੀ ਸੀ। ਜਿਹੜਾ ਮਾਧੋ ਦਾਸ ਬੈਰਾਗੀ ਇੱਕ ਹਿਰਨੀ ਦਾ ਸ਼ਿਕਾਰ ਕਰਨ ਗਿਆ, ਉਹਦਾ ਮਨ ਦੁਖੀ ਹੋ ਜਾਂਦਾ, ਉਹ ਵਿਰਾਗ ਧਾਰਨ ਕਰਨ ਦਾ ਵਿਰਾਗੀ ਬਣ ਜਾਂਦਾ। ਤੇ ਉਹੀ ਜਦੋਂ ਮਾਧੋ ਦਾਸ ਵਿਰਾਗੀ ਦੇ ਉੱਤੇ ਥਾਪੜਾ ਹੁੰਦਾ ਗੁਰੂ ਦਾ, ਜਦੋਂ ਗੁਰੂ ਦਾ ਬੰਦਾ ਬਣਦਾ, ਤਾਂ ਉਸੇ ਦੇ ਸਾਹਮਣੇ ਉਸ ਦੇ ਪੁੱਤ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦਿੱਤਾ ਜਾਂਦਾ। ਸਾਰੇ ਦੇ ਸਾਹਮਣੇ ਇਹ ਪੱਖ ਜ਼ਰੂਰ ਨੇ ਕਿ ਇਸਲਾਮ ਛੱਡ ਦੋ, ਇਸ ਪਾਸੇ ਆਪਣਾ ਮਰਿਆਦਾ ਛੱਡ ਦੋ, ਆਪਣੀ ਗੁਰੂ ਦੀ ਵਿਚਾਰਧਾਰਾ ਨੂੰ ਛੱਡ ਦੋ, ਤੁਹਾਨੂੰ ਵਧੀਆ ਤਰੀਕੇ ਦਾ ਜੀਵਨ ਮਿਲੇਗਾ। ਪਰ ਨਹੀਂ, ਗੁਰੂ ਸਾਡੇ ਲਈ ਮੁੱਖ ਹੈ। ਗੁਰੂ ਪਹਿਲਾਂ, ਬਾਕੀ ਸਾਰੇ ਕਾਰਨ ਬਾਅਦ ਦੇ। ਜਦੋਂ ਅਸੀਂ ਗੁਰੂ ਨੂੰ ਮੁੱਖ ਮੰਨਾਂਗੇ,
ਗੁਰੂ ਦੀ ਤਾਬਿਆ ਰਹਿ ਕੇ, ਗੁਰੂ ਅਤੇ ਪੰਥ ਦੀ ਤਾਬਿਆ ਰਹਿ ਕੇ ਚੱਲਾਂਗੇ ਤਾਂ ਅਸੀਂ ਕਦੇ ਵੀ ਖੁਆਰ ਨਹੀਂ ਹੋਵਾਂਗੇ। ਅੱਜ ਲੋੜ ਕੀ ਹੈ? ਅਸੀਂ ਗ੍ਰੰਥ ਨੂੰ ਤੇ ਪੰਥ ਨੂੰ ਕਿਤੇ ਨਾ ਕਿਤੇ ਮਨੋਂ ਵਿਸਾਰ ਰਹੇ। ਸਾਡਾ ਕੋਈ ਸਿੱਖ ਆਗੂ, ਕੋਈ ਸਿੱਖ ਵਿਦਵਾਨ ਕੋਈ ਵਿਚਾਰਧਾਰਾ ਵੀ ਪੇਸ਼ ਕਰ ਦੇਵੇ ਨਾ, ਹੋ ਸਕਦਾ ਵਿਚਾਰਕ ਤੌਰ ਤੇ ਸਾਰਿਆਂ ਦੇ ਮਤਭੇਦ ਹੁੰਦੇ ਨੇ, ਜੋ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਬਹੁਤਿਆਂ ਦੇ ਵਿਚਾਰ ਮੇਰੇ ਨਾਲ ਨਹੀਂ ਮੰਨਦੇ ਹੋਣਗੇ, ਪਰ ਕਿਸੇ ਪੱਖ ਤੱਕ ਸਾਨੂੰ ਇਹ ਤਾਂ ਚਾਹੀਦਾ ਨਾ ਵੀ ਅਸੀਂ ਉਸ ਵਿਦਵਾਨ ਦੀ ਕਦਰ ਕਰੀਏ। ਵਿਰੋਧ ਕਰਨ ਵਾਲੇ ਤਾਂ ਬਹੁਤ ਨੇ, ਬਹੁਤ ਸਮਾਜ ਦੇ ਵਿੱਚ ਇਹੋ ਜਿਹੀਆਂ ਘਾਟਾਂ ਘੜੀਆਂ ਜਾਂਦੀਆਂ ਵੀ ਇਹਨਾਂ ਨੂੰ ਆਪਸ ਦੇ ਵਿੱਚ ਪਾੜ ਪਾ ਦਿੱਤਾ ਜਾਵੇ। ਹੁਣ ਜਿਨ੍ਹਾਂ ਨੇ ਅਕਾਲ ਤਖਤ ਤੋਂ ਆਇਆ ਹੁਕਮ, ਹਾਲਾਂਕਿ ਉਹ ਜਥੇਦਾਰ ਦਾ ਹੁਕਮ ਸੀ, ਪਰ ਸਾਨੂੰ ਹੁਕਮ ਤਾਂ ਗੁਰੂ ਪਾਤਸ਼ਾਹ ਦੇ ਗਏ ਸੀ ਨਾ, ਤੇ ਗੁਰੂ ਪਾਤਸ਼ਾਹ ਦੇ ਹੁਕਮ ਤਾਂ ਅਸੀਂ ਉਹਨਾਂ ਤੋਂ ਵੀ ਪਹਿਲਾਂ ਮੰਨਦੇ ਆ। ਗੁਰੂ ਦਾ ਹੁਕਮ ਤਾਂ ਸਾਡੇ ਲਈ ਸਭ ਤੋਂ ਪਹਿਲਾਂ, ਆਮ ਇਨਸਾਨ ਦਾ ਕੋਈ ਹੁਕਮ ਸਾਡੇ ਲਈ ਮਾਇਨੇ ਨਹੀਂ ਰੱਖਦਾ। ਜੇ ਗੁਰੂ ਸਾਨੂੰ ਕੋਈ ਵੀ ਹੁਕਮ ਦੇਵੇ ਤਾਂ ਅਸੀਂ ਹੱਸ-ਹੱਸ ਕੇ ਬਲਿਦਾਨ ਦੇਣ ਦੇ ਲਈ ਤਿਆਰ ਹੋ ਜਾਵਾਂਗੇ। ਇਹੋ ਜਿਹੇ ਕਾਰਨਾਂ ਕਰਕੇ ਪਾਤਸ਼ਾਹ ਜੀ ਨੇ ਜਿੱਥੇ ਸ਼ਹਾਦਤ ਦਿੱਤੀ, ਉਹਨਾਂ ਨੇ ਯਤਨ ਕੀਤਾ ਸੀ ਵੀ ਇਹਨਾਂ ਦਾ ਖੂਨ ਨਾ ਧਰਤੀ ਦੇ ਉੱਤੇ ਡੁੱਲੇ, ਤੇ ਖੂਨ ਦੇ ਵਿੱਚੋਂ ਹੀ, ਖੂਨ ਦੇ ਤੁਪਕੇ ਦੇ ਵਿੱਚੋਂ ਹੀ ਅਨੇਕਾਂ ਸੂਰਮੇ ਪੈਦਾ ਹੋ ਜਾਣਗੇ। ਪਰ ਪਾਤਸ਼ਾਹ ਜੀ ਦੀ ਵਿਚਾਰਧਾਰਾ ਇਹੋ ਸੀ ਕਿ ਵਿਚਾਰਧਾਰਾ ਦੇ ਨਾਲ ਸਹਿਮਤ ਰੱਖਣ ਵਾਲੇ ਵੀ ਜਿੱਥੇ ਗੁਰੂ ਦੀ ਸ਼ਰਨ ਦੇ ਵਿੱਚ ਆਏ, ਉੱਥੇ ਹੱਸ-ਹੱਸ ਇਸ ਸਿੱਖੀ ਦੇ ਮਹਿਲ ਨੂੰ ਉਸਾਰਨ ਦੇ ਲਈ ਬਹੁਤ ਵੱਡੇ ਕਾਰਜ ਕੀਤੇ, ਜਿਨ੍ਹਾਂ ਦੇ ਕਾਰਨ ਅਸੀਂ ਜੁੜ ਮਿਲ ਬੈਠ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਾਂ। ਉਹੋ ਜਿਹੇ ਸਮੇਂ ਵੀ ਆਏ ਵੀ ਸਾਨੂੰ ਇਕੱਠੇ ਹੋ ਕੇ ਆਪਣੇ ਦਿਹਾੜੇ ਮਨਾਉਣ ਦਾ ਵੀ ਸਮਾਂ ਨਹੀਂ ਮਿਲਦਾ ਸੀ। ਯਤਨ ਕਰੀਏ ਜਿੱਥੇ ਇਤਿਹਾਸਕ ਕਾਰਨਾਂ ਨੂੰ ਸਮਝਿਆ। ਇਤਿਹਾਸਕ ਕਾਰਨਾਂ ਦੇ ਮਗਰ ਦਾ ਕਾਰਜ ਕੀ ਸੀ? ਬਾਣੀ ਦੀ ਦ੍ਰਿੜਤਾ, ਬਾਣੀ ਦੀ ਵਿਚਾਰਧਾਰਾ। ਮੁੱਢ ਸਾਡਾ ਗੁਰਬਾਣੀ ਦੇ ਨਾਲ ਹੀ ਬੱਝਣਾ। ਜਦੋਂ ਨਾਮ ਦਾ ਬੀਜ ਸਾਡੀ ਸੁਰਤ ਦੇ ਵਿੱਚ ਆ ਗਿਆ, ਨਾਮ ਦਾ ਬੀਜ ਸਾਡੇ ਘਰ ਕਰ ਗਿਆ, ਤਾਂ ਇਸ ਨਾਮ ਦੇ ਬੀਜ ਦੇ ਨਾਲ ਜਿਹੜਾ ਇੱਕ ਵੱਡਾ ਸਾਡੇ ਜੀਵਨ ਦੇ ਵਿੱਚ ਰੁੱਖ ਪੈਦਾ ਹੋਣਾ, ਉਹ ਗੁਣਾਂ ਦਾ ਹੋਣਾ, ਉਹ ਵਿਚਾਰਾਂ ਦਾ ਹੋਣਾ। ਉਹੀ ਵਿਚਾਰਾਂ ਦੇ ਰੁੱਖ ਦੇ ਨਾਲ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਕਬੂਲ ਆਣਾ। ਗੁਰੂ ਕਿਰਪਾ ਕਰੇ ਜਿੱਥੇ ਅਸੀਂ ਬਾਣੀ ਦੀ ਵਿਚਾਰ ਸਾਰਿਆਂ ਨੇ ਰਲ ਮਿਲ ਕੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਕੀਤੀ ਹੈ, ਉਹ ਵਿਚਾਰ ਸਭ ਤੋਂ ਪਹਿਲਾਂ ਮੇਰੇ ਜੀਵਨ ਦਾ ਆਧਾਰ ਬਣੇ। ਜੇਕਰ ਵਿਚਾਰਾ ਕਰਦੇ ਆ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ ਜਾਂ ਕੋਈ ਵੀ ਸ਼ਬਦ ਆਪ ਜੀ ਦੇ ਮਨ ਨੂੰ ਠੇਸ ਪਹੁੰਚਾ ਗਿਆ ਹੋਵੇ, ਦੋਵੇਂ ਹੱਥ ਜੋੜ ਕੇ ਆਪ ਜੀ ਦੇ ਕੋਲੋਂ ਖਿਮਾ ਦਾ ਚੱਕਾ ਹੈ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਪ ਸਭ ਸੰਗਤਾਂ ਦੇ ਉੱਤੇ ਤਰਸ ਕਰ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਚਾਕਰੀ ਕਰਵਾਉਂਦੇ ਰਹਿਣ। ਵਿਚਾਰਾ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਏ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।